श्री वाहेगुरु साहिब जी। अमृत बाणी हर हर तेरी, सुन सुन होवे परम गत मेरी। जलन बुझी शीतल होए मनुआ, सतगुर का दर्शन पाए जियो। बाणी गुरु गुरु है बाणी, विच बाणी अमृत सारे। गुर बाणी कहे सेवक जन मानै, पर तक गुरु निस्तारे। बाणी बिरलो विचारसी, जे को गुरमुख होए। एह बाणी महापुरख की, निज घर वासा होए। गौड़ी महला पंजवा, छाड़ सियानप बहो चतुराई। गुरपुरे की टेक टिकाई। दुख बिन से सुख हर गुण गाए। गुरपूरा भेटिया लिव लाए। हर का नाम दियो गुर मंत्र, मिटे विसूरे उतरी चिंत। आनंद भये गुर मिलत कृपाल। कर कृपा काटे जम जाल। कहो नानक गुरपूरा पाया। ताते बहुर ना व्यापै माया। कहो नानक गुरपूरा पाया। ताते बहुर ना व्यापै माया। वाहिगुरु जी का खालसा, वाहिगुरु जी की फतेह। परम सन्मानयोग गुरु रूप गुरु प्यारी साध संगत जीओ, आप सर्वत्र माई भाई वडभागी हो।
ਅੱਜ ਜੋ ਪਾਵਨ ਸ਼ਬਦ ਆਪ ਜੀ ਨੇ ਸਰਵਣ ਕੀਤਾ ਹੈ, ਗੌੜੀ ਰਾਗ ਅੰਦਰ ਪੰਜਵੇਂ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਵੱਲੋਂ ਬਖਸ਼ਿਸ਼ ਹੋਇਆ ਹੈ, ਜੋ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 190 ਉੱਪਰ ਸੁਭਾਈਮਾਨ ਹੈ। ਇਸ ਪਾਵਨ ਸ਼ਬਦ ਦੀ ਵਿਚਾਰ ਸਨਮਾਨਯੋਗ ਸਿੰਘ ਸਾਹਿਬ ਯਾਨੀ ਰਣਜੀਤ ਸਿੰਘ ਜੀ, ਮੁੱਖ ਗ੍ਰੰਥੀ ਸਾਹਿਬਾਨ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਆਪ ਜੀ ਨੂੰ ਸਰਵਣ ਕਰਵਾਉਣਗੇ। ਪ੍ਰੇਮ ਸਹਿਤ ਗੁਰਬਾਣੀ ਵਿਚਾਰ ਸਰਵਣ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਬੇਸ਼ੁਮਾਰ ਅਥਾਹ ਅਗਨਤ ਅਤੁਲੈ ਜਿਉ ਬੁਲਾਵੋ ਤਿਉ ਨਾਨਕ ਦਾਸ ਬੋਲੇ। ਗੁਰੂ ਸਵਾਰੇ ਖਾਲਸਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਵਡਭਾਗੇ ਹੋ, ਜੋ 8ਵੇਂ ਪਾਤਸ਼ਾਹ ਬਾਲਾ ਪ੍ਰੀਤਮ ਸਤਿਗੁਰੂ ਜਿਸ ਡਿਠੈ ਸਭ ਦੁੱਖ ਜਾਏ, ਇਨ੍ਹਾਂ ਅਜਮਤਾਂ ਵਡਿਆਈਆਂ ਦੇ ਮਾਲਕ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਜੀ ਦੇ ਪਵਿੱਤਰ ਚਰਨ ਛੋਹ ਪ੍ਰਾਪਤ ਇਤਿਹਾਸਕ ਅਸਥਾਨ ਗੁਰਦੁਆਰਾ ਬੰਗਲਾ ਸਾਹਿਬ ਜੀ ਦੀ ਯਾਤਰਾ ਕਰਦੇ ਹਾਂ। ਜੁਗੋ ਜੁਗ ਅਟਲ ਛਤਰ ਚਵਰ ਤਖਤ ਦੇ ਮਾਲਕ ਧੰਨ 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 ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੇ ਹਜ਼ੂਰ ਮਨੁੱਖਾ ਜੀਵਨ ਦੀਆਂ ਘੜੀਆਂ ਨੂੰ ਸਫਲਾ ਕਰ ਰਹੇ ਹੋ। ਹੁਣ ਸਮਾਂ ਹੈ ਗੁਰੂ ਦਰਬਾਰ ਦੇ ਨਿਯਮ ਅਨੁਸਾਰ ਗੁਰੂ ਕੀ ਬਾਣੀ ਦੀ ਚੱਲ ਰਹੀ ਲੜੀਵਾਰ ਕਥਾ ਦਾ ਆਪਣੀਆਂ ਮਨ ਬਿਰਤੀਆਂ ਇਕਾਗਰ ਕਰੋ। ਰਸਨਾ ਪਵਿੱਤਰ ਕਰ ਦੇ ਇੱਕ ਵਾਰ ਸਾਰੇ ਉਚਾਰਨ ਕਰੋ ਜੀ। ਸਤਨਾਮ ਵਾਹਿਗੁਰੂ ਜੀ। ਇਹ ਸ਼ਬਦ ਜਿਸ ਦਾ ਮੂਲ ਪਾਠ ਆਪ ਜੀ ਨੇ ਗੁਰੂ ਕੇ ਵਜ਼ੀਰ ਭਾਈ ਜੋਗਿੰਦਰ ਸਿੰਘ ਪਾਰਸ ਹੋਰਾਂ ਪਾਸੋਂ ਸਰਵਣ ਕੀਤਾ ਹੈ। ਗੌੜੀ ਰਾਗ ਅੰਦਰ ਪੰਜਵੇਂ ਪਾਤਸ਼ਾਹ
ਸ਼ਹੀਦਾਂ ਦੇ ਸਿਰਤਾਜ, ਬਾਣੀ ਦੇ ਬੋਹਿਤ, ਸ਼ਾਂਤੀ ਦੇ ਪੁੰਜ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਪਵਿੱਤਰ ਮੁਖ ਤੋਂ ਉਚਾਰਨ ਹੋਇਆ 190 ਅੰਗ ਤੇ ਦਰਜ ਹੈ। ਸਾਡੀ ਸਿੱਖ ਧਰਮ ਦੀ ਜੋ ਗੁਰਦੁਆਰਾ ਸਾਹਿਬਾਨਾਂ ਦੀ ਨਿਯਮਤ ਮਰਿਆਦਾ ਹੈ, ਉਹਦੇ ਅਨੁਸਾਰ ਜਿੰਨੀ ਕੁ ਮੈਨੂੰ ਸਮਝ ਹੈ, ਸ਼ਬਦ ਵਿਚਾਰ ਦਾ ਜੋ ਸਮਾਂ ਹੈ ਇਹ ਬਹੁਤ ਕੀਮਤੀ ਸਮਾਂ ਹੈ। ਇਹ ਉਹ ਸਮਾਂ ਹੈ ਜਦੋਂ ਗੁਰੂ ਪੜ੍ਹਾਉਂਦਾ ਹੈ, ਸਿੱਖ ਪੜ੍ਹਦੇ ਨੇ। ਸਤਿਗੁਰੂ ਦੀ ਬਾਣੀ ਵਿੱਚ ਵੀ ਇਸੇ ਤਰ੍ਹਾਂ ਹੀ ਸਮਝਾਇਆ ਹੈ ਕਿ ਗੁਣ ਗਾਵਤ ਮਨ ਹਰਿਆ ਹੋਵੇ, ਕਥਾ ਸੁਨਤ ਮਲ ਸਗਲੀ ਖੋਵੇ। ਇਹਦੀ ਜਿਹੜੀ ਵਿਆਖਿਆ ਕੀਤੀ ਗਈ ਉਹ ਇਹ ਹੈ ਕਿ ਕੀਰਤਨ ਜਲ ਦਾ ਕੰਮ ਕਰਦਾ ਹੈ, ਕਥਾ ਸਾਬਣ ਦਾ ਕੰਮ ਕਰਦੀ ਹੈ। ਜਿਵੇਂ ਸੁੱਕੇ ਕੱਪੜੇ ਦੇ ਉੱਪਰ ਸਾਬਣ ਦਾ ਕੋਈ ਅਸਰ ਨਹੀਂ ਹੁੰਦਾ, ਜਿਹੜਾ ਮਨ ਭਿੱਜਿਆ ਨਹੀਂ ਉਹਨੂੰ ਇਸ ਕਥਾ ਦਾ ਕੋਈ ਲਾਭ ਨਹੀਂ ਹੋਣਾ। ਸੁੱਕੇ ਕੱਪੜੇ ਦੇ ਉੱਤੇ ਸਾਬਣ ਲਾ ਦਿਓਗੇ, ਆਕੜ ਤਾਂ ਜਾਏਗਾ ਪਰ ਸਾਫ਼ ਨਹੀਂ ਹੋਏਗਾ। ਬਿਲਕੁਲ ਇਸੇ ਤਰ੍ਹਾਂ ਗਿੱਲਾ ਕੱਪੜਾ ਵੀ ਜਿਹੜਾ ਹੈ ਉਹ ਮੈਲ ਨਹੀਂ ਕੱਢੇਗਾ। ਕੱਪੜਾ ਭਾਵੇਂ 10 ਦਿਨ ਭਿਓ ਹੀ ਰੱਖੋ ਪਾਣੀ ਵਿੱਚ, ਕੀ ਫਰਕ ਪੈਂਦਾ ਹੈ? ਪਰ ਜਦੋਂ ਤੁਸੀਂ ਮੈਲ ਕੱਢਣੀ ਹੈ ਤਾਂ ਫਿਰ ਉਹਨੂੰ ਸਾਬਣ ਜ਼ਰੂਰ ਲਾਉਣਾ ਪੈਂਦਾ ਹੈ। ਹੁਣ ਸਾਡੇ ਤੋਂ ਗਲਤੀ ਇਹ ਹੋ ਗਈ ਵੀ ਜਿਹੜੇ ਕਥਾ ਵਾਲੇ ਪਾਸੇ ਤੁਰੇ ਉਹ ਕਹਿੰਦੇ ਜੀ ਕਥਾ ਉੱਤਮ ਹੈ, ਜਿਹੜਾ ਕੀਰਤਨ ਵਾਲੇ ਪਾਸੇ ਤੁਰਿਆ ਉਹ ਕਹਿੰਦਾ ਜੀ ਕੀਰਤਨ ਉੱਤਮ ਹੈ, ਜਿਹੜਾ ਪਾਠ ਵਾਲੇ ਪਾਸੇ ਤੁਰਿਆ ਉਹ ਕਹਿੰਦਾ ਜੀ ਮੈਂ ਤਾਂ ਹੇਕ ਬੜੀ ਸੋਹਣੀ ਲਾ ਲੈਂਦਾ। ਅਸੀਂ ਕਿਉਂਕਿ ਕਥਾ ਨਹੀਂ ਸੁਣਦੇ ਅਸੀਂ। ਵੇਖੋ ਮੇਰੀ ਤਾਂ ਬੜੀ ਸਿੱਧੀ ਸਿੱਧੀ ਬੇਨਤੀ ਹੁੰਦੀ ਹੈ ਕਿ ਰੱਬ ਨੇ ਬੰਦੇ ਨੂੰ ਕੰਨ 2 ਦਿੱਤੇ ਨੇ, ਮੂੰਹ 2 ਨਹੀਂ ਦਿੱਤੇ। ਇਹ ਵੀ ਸ਼ੁਕਰ ਹੈ, ਇੱਕ ਮੂੰਹ ਨਾਲ ਹੀ ਇੰਨੇ ਪੁਆੜੇ ਪਾਉਂਦੇ ਆ, ਜੇ 2 ਹੁੰਦੇ ਤੇ ਪਤਾ ਨਹੀਂ ਕਲੋਨੀ ਮਹੱਲਾ ਵਸ ਵੀ ਸਕਦਾ ਕਿ ਨਾ ਵਸ ਸਕਦਾ। ਇੱਕ ਜ਼ੁਬਾਨ ਨਾਲ ਹੀ ਕਈ ਕੁਝ ਕੁੱਤਰ ਸੁੱਟਦੇ ਆ ਅਸੀਂ। ਸੱਚੇ ਪਾਤਸ਼ਾਹ ਨੇ ਸਾਨੂੰ ਜਦੋਂ ਇਹ ਸਮਝਾਇਆ ਕਿ ਬਾਣੀ ਜਦੋਂ ਪੜ੍ਹਨੀ ਹੈ, ਜੇ ਪਾਠ ਕਰੀਏ ਤੇ ਉਹਦਾ ਕੀ ਪੁੰਨ ਫਲ ਹੈ। ਮਹਾਰਾਜ ਕਹਿੰਦੇ ਭਾਈ ਖੂਹ ਦੇ ਪਾਣੀ ਜਿੰਨਾ, ਜਿਵੇਂ ਖੂਹ ਗੇੜ ਕੇ ਖੇਤ ਸਿੰਚਦੇ ਆ, ਖੇਤਾਂ ਨੂੰ ਪਾਣੀ ਲਾਉਂਦੇ ਆ, ਇਹ ਹੈ ਜੇ ਤੁਸੀਂ ਪਾਠ ਕਰੋਗੇ ਤਾਂ। ਫਿਰ ਪੁੱਛਿਆ ਵੀ ਮਹਾਰਾਜ ਜੇ ਕੀਰਤਨ ਕਰੀਏ ਤਾਂ? ਮਹਾਰਾਜ ਕਹਿੰਦੇ ਭਾਈ ਇਹ ਤਾਂ ਮੂਸਲਾਧਾਰ ਵਰਖਾ ਹੈ, ਇਹਨੇ ਦੂਰ ਦਰਾਡੇ ਤੱਕ ਵੀ ਚਲੇ ਜਾਣਾ ਹੈ ਤੇ ਉੱਚੀਆਂ ਥਾਵਾਂ ਤੇ ਵੀ ਪਹੁੰਚ ਜਾਣਾ ਹੈ, ਖੂਹ ਦਾ ਪਾਣੀ ਨਹੀਂ ਪਹੁੰਚੇਗਾ। ਪਰ ਜਦੋਂ ਕੀਰਤਨ ਹੋਏਗਾ, ਜਦੋਂ ਮੂਸਲਾਧਾਰ ਵਰਖਾ ਹੋਏਗੀ ਤਾਂ ਫਿਰ ਹਰ ਥਾਂ ਤੇ ਇਹ ਜਲ ਪਹੁੰਚੇਗਾ। ਫਿਰ ਪੁੱਛਿਆ ਮਹਾਰਾਜ ਕਥਾ ਕੀ ਹੈ? ਮਹਾਰਾਜ ਕਹਿੰਦੇ ਵੀ ਕਥਾ ਤਾਂ ਭਾਈ ਝੜੀ ਹੈ, ਇੱਕ ਇੱਕ ਬੂੰਦ ਵਰਸੇਗੀ ਧਰਤੀ ਦੀ ਛਾਤੀ ਵਿੱਚ ਵਸ ਜਾਏਗੀ।
ਹੁਣ ਇੱਥੇ ਤੁਸੀਂ ਵੇਖਿਆ ਹੋਣਾ ਵੀ ਕਈ ਵਾਰੀ ਕਥਾ ਵੀ ਕੀਰਤਨ ਵਾਂਗੂ ਹੀ ਕਰੀ ਜਾਂਦੇ ਨੇ, ਫਟੇ ਚੱਕ ਕਥਾ ਹੁੰਦੀ ਹੈ। ਔਰ ਕਈ ਵਾਰੀ ਉਹਨਾਂ ਨੂੰ ਬਾਰ-ਬਾਰ ਕਹਿਣਾ ਪੈਂਦਾ, ਸਾਧ ਸੰਗਤ ਜੀ ਮਾਫ ਕਰਨਾ। ਇੱਕ ਵਿਅਕਤੀ ਇਦਾਂ ਹੀ ਕੀਰਤਨ ਕਰਦਾ ਸੀ, ਤਾਂ ਮੈਨੂੰ ਇੱਕ ਸੱਜਣ ਕਹਿਣ ਲੱਗਾ ਵੀ ਜੇ ਇਹਦੇ ਕੀਰਤਨ ਚੋਂ ਮਾਫ ਕਰਨਾ ਕੱਢ ਦਈਏ ਤੇ 60 ਮਿੰਟ ਦੀ ਕੈਸਟ ਕਹਿੰਦਾ 40 ਮਿੰਟ ਦੀ ਰਹਿ ਜਾਣੀ ਹੈ। ਕਈ ਵਾਰੀ ਨਾ ਅਸੀਂ ਗੱਲ ਸਮਝਾਉਣ ਦੀ ਥਾਂ ਤੇ, ਕਿਉਂਕਿ ਕਥਾ ਜਿਹੜਾ ਹੈ ਇਹ ਗਿਆਨ ਦਾ ਵਿਸ਼ਾ ਹੈ। ਜ਼ਰੂਰੀ ਨਹੀਂ ਕਿ ਤੁਸੀਂ ਕੋਈ ਨਿਊਜ਼ ਦੇਣ ਵਾਲੇ ਕੋਈ ਅੰਕੁਰ ਹੈਗੇ ਹੋ ਕਿ 60 ਮਿੰਟ ਦੇ ਵਿੱਚ 70 ਖਬਰਾਂ ਸੁਣਾਉਣੀਆਂ ਨੇ ਤੁਸੀਂ। ਔਰ ਜਿਸ ਧਰਮ ਦੇ ਵਿੱਚ ਤੁਸੀਂ ਬੈਠੇ ਹੋ, ਇਸ ਧਰਮ ਦੇ ਵਿੱਚ ਬੜਾ ਸਿੱਧਾ ਸਪਸ਼ਟ ਉਪਦੇਸ਼ ਹੈ ਕਿ ਕਿਨਕਾ ਏਕ ਜਿਸ ਜੀ ਬਸਾਵੇ ਤਾਂ ਕਿ ਮਹਿਮਾ ਗਣੀ ਨਾ ਆਵੇ। ਮਤ ਵਿੱਚ ਰਤਨ ਜਵਾਹਰ ਮਾਣਕ ਜੇ ਇੱਕ ਗੁਰ ਕੀ ਸਿੱਖ ਸੁਣੀ। ਇੱਕ ਦਾ ਅਰਥ ਕੀ ਹੈ? ਬਹੁਤੀਆਂ ਦੀ ਲੋੜ ਹੀ ਨਹੀਂ, ਇੱਕ ਗੁਰੂ ਦੀ ਸਿੱਖਿਆ ਸੁਣ ਲਓ। ਸਵੇਰੇ ਅੰਮ੍ਰਿਤ ਵੇਲੇ ਉੱਠਣਾ ਹੈ। ਮੈਂ ਆਪ ਜੀ ਨੂੰ ਪਹਿਲਾਂ ਵੀ ਦੱਸਿਆ ਕਿ ਮੇਰੇ ਮਾਪਿਓ ਦੇ ਘਰ ਵਿੱਚ ਇੱਕ ਮਜ਼ਦੂਰ ਹੁੰਦਾ ਸੀ, ਉਹ ਸਾਡੇ ਪਿੰਡ ਵਿਆਹਿਆ ਹੋਇਆ ਸੀ। ਘਰ ਦੇ ਮੇਰੇ ਸੰਸਕਾਰ ਇਹ ਸੀ ਕਿ ਅਸੀਂ ਕਦੇ ਵੀ ਕਿਸੇ ਨੂੰ ਨਾ, ਆਪਣੇ ਤੋਂ ਵੱਡੇ ਨੂੰ ਨਾਂ ਲੈ ਕੇ ਨਹੀਂ ਸੀ ਬੁਲਾਉਂਦੇ। ਅਸੀਂ ਉਹਨੂੰ ਫੁੱਫੜ ਕਹਿੰਦੇ ਸੀ ਕਿਉਂਕਿ ਸਾਡੇ ਪਿੰਡ ਵਿਆਹਿਆ ਸੀ। ਹੁਣ ਤੇ ਚਾਚਾ ਨਹੀਂ ਤਾਂ ਕਹਿੰਦਾ ਵੀ ਇਹ ਮੇਰੀ ਭਤੀਜੀ ਹੈ, ਅੱਗੇ ਸਾਰੇ ਪਿੰਡ ਦੇ ਲੋਕ ਕਹਿੰਦੇ ਸੀ ਵੀ ਇਹ ਸਾਡੀ ਧੀ ਹੈ। ਅਸੀਂ ਗਵਾਇਆ ਵੀ ਤਾਂ ਬਹੁਤ ਕੁਝ ਹੈ, ਰੱਖਿਆ ਤਾਂ ਕੁਝ ਵੀ ਨਹੀਂ। ਜੇ ਆਪਾਂ ਕਹੀਏ ਨਾ ਵੀ ਪੜ੍ਹ ਲਿਖ ਕੇ ਅਸੀਂ ਕੁਝ ਸੰਭਾਲਿਆ ਹੈ ਨਾ, ਅਸੀਂ ਆਪਣੇ ਕਲਚਰ ਦਾ ਐਗਰੀਕਲਚਰ ਬਣਾ ਕੇ ਕੁਤਰਾ ਕਤਰਾ ਕਰਕੇ ਤੇ ਡੰਗਰਾਂ ਨੂੰ ਪਾ ਦਿੱਤਾ ਹੈ ਵੀ ਖਾ ਲਓ, ਸਾਨੂੰ ਨਹੀਂ ਚਾਹੀਦਾ। ਉਹ ਬੜੀਆਂ ਕੀਮਤੀ ਗੱਲਾਂ ਕਰਦਾ ਸੀ। ਉਹ ਕਹਿੰਦਾ ਹੁੰਦਾ ਸੀ, ਪੁੱਤਰ ਤੜਕਾ ਤੇ ਕਹਿੰਦਾ ਦਾਲ ਸਬਜ਼ੀ ਨੂੰ ਲੱਗਿਆ ਨਹੀਂ ਮਾਣ, ਤੇ ਜੇ ਕਿਤੇ ਬੰਦੇ ਨੂੰ ਲੱਗ ਜਾਏ। ਪੰਜਾਬੀ ਦੇ ਵਿੱਚ ਅੰਮ੍ਰਿਤ ਵੇਲੇ ਨੂੰ ਤੜਕਾ ਵੇਲਾ ਵੀ ਕਹਿੰਦੇ ਨੇ। ਫਿਰ ਉਹਨੇ ਮਾਇਆ ਦੀ ਗੱਲ ਕਰਨੀ, ਉਹ ਕਹਿੰਦਾ ਮਾਇਆ ਤੇ ਕੱਪੜੇ ਨੂੰ ਲੱਗੀ ਨਹੀਂ ਮਾਣ, ਪੱਗ ਨੂੰ ਲਾ ਦਿਓ 8 ਦਿਨ ਢਹਿੰਦੀ ਨਹੀਂ, ਬੰਦੇ ਨੂੰ ਲੱਗੀ ਕਿੱਥੇ ਮਾਣ ਹੋਏਗੀ। ਬੰਦਾ ਸੂਤ ਆਉਂਦਾ ਜੇ ਕਿਤੇ ਮਾਇਆ ਲੱਗ ਜੇ ਉਸ ਨੂੰ। ਤਾਂ ਬੜੀਆਂ ਸਾਦੀਆਂ ਗੱਲਾਂ ਕਰਦਾ ਸੀ। ਜੇ ਉਹਨੂੰ ਕਹਿਣਾ ਵੀ ਫੁੱਫੜਾ ਚਾਹ ਪੀਣੀ ਹੋ, ਕਿਹੜਾ ਪੁੱਤਰਾ ਚਾਹ ਕੀ ਹੁੰਦੀ ਹੈ, ਤੇ ਢਿੱਡ ਫੁਕਣੀ ਹੈ। ਚਾਹ ਤੇ ਮਿਲਣ ਦੀ ਹੁੰਦੀ ਹੈ, ਪਤੀਲੀ ਵਾਲੀ ਜਿਹੜੀ ਹੈ ਉਹ ਤੇ ਢਿੱਡ ਫੁਕਣੀ ਹੈ। ਬੜੀਆਂ ਸਧਾਰਨ ਆਦਮੀ ਦੀਆਂ, ਸਾਦੇ ਆਦਮੀ ਦੀਆਂ ਸਾਦੀਆਂ ਗੱਲਾਂ ਬੜੀਆਂ ਭਾਵਪੂਰਤ ਹੁੰਦੀਆਂ ਸੀ। ਕੋਈ ਇੱਕ ਗੱਲ ਗੁਰੂ ਦੀ ਕੋਈ ਆਦਮੀ ਦੱਸ ਦੇਵੇ ਕਿ ਮੈਂ ਆਪਣੇ ਜੀਵਨ ਵਿੱਚ ਮੰਨੀ, ਅੰਮ੍ਰਿਤ ਵੇਲੇ ਉੱਠਣ ਦੀ ਮੰਨ ਲਓ, ਬਾਕੀ ਪਾਠ ਨਾ ਕਰੋ, ਤੁਹਾਡੇ ਘਰ ਦੇ ਅੱਧੇ ਕਾਰਜ ਤੁਹਾਡੇ ਪਹਿਲਾਂ ਉੱਠਣ ਵਾਲੇ ਸਮੇਂ ਤੋਂ ਪਹਿਲਾਂ ਹੋ ਜਾਇਆ ਕਰਨਗੇ। ਉੱਠਣ ਤੋਂ ਬਾਅਦ ਇਸ਼ਨਾਨ ਕਰਨਾ ਸ਼ੁਰੂ ਕਰ ਲਓ। ਆਲਸ ਤੇ ਅੱਧੀਆਂ ਬਿਮਾਰੀਆਂ ਤੁਹਾਡੀਆਂ ਖਤਮ ਹੋ ਜਾਣਗੀਆਂ, ਭਾਵੇਂ ਪਾਠ ਨਾ ਕਰਿਓ। ਹੁਣ ਅੱਗੇ ਤੁਸੀਂ ਪਾਠ ਕਰਨਾ ਸ਼ੁਰੂ ਕਰ ਲਓ। ਤੇ ਗੁਰਬਾਣੀ ਨੂੰ ਪੜ੍ਹਨ ਦੇ ਜਿਹੜੇ ਪੁੰਨ ਫਲ ਨੇ, ਗੁਰਬਾਣੀ ਨੂੰ ਪੜ੍ਹਨ ਦਾ ਜਿਹੜਾ ਮਹਾਤਮ ਹੈ, ਤੁਹਾਡੀਆਂ ਤੇ ਝੋਲੀਆਂ ਭਰ ਜਾਣਗੀਆਂ। ਦੁੱਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ। 3 ਚੀਜ਼ਾਂ ਦੀ ਤੁਹਾਨੂੰ ਰਿਲੀਫ ਮਿਲਦੀ ਹੈ। ਹੁਣ ਹਰ ਬੰਦਾ ਕਹੀ ਜਾਂਦਾ ਜੀ ਦੁੱਖ ਨੇ, ਸੰਤਾਪ ਨੇ, ਰੋਗ ਨੇ, ਕੋਈ ਇਹਦਾ ਇਲਾਜ ਦੱਸ ਦਿਓ। ਵੀ ਇਲਾਜ ਇਹਦਾ ਕੀ ਹੈ? ਵਿਸ਼ਵਾਸ ਦੀ ਪੁੜੀ ਤੇਰੇ ਸਿਰ 'ਚ ਪਾ ਦਈਏ। ਅਸੀਂ ਇਸ ਵਕਤ ਨੂੰ ਪਛਾਣਿਆ ਹੀ ਨਹੀਂ। ਔਰ ਮੈਂ ਤੁਹਾਨੂੰ ਗੁਰੂ ਦੀ ਹਜ਼ੂਰੀ 'ਚ ਵਿਸ਼ਵਾਸ ਨਾਲ ਕਹਿਣਾ, ਐਸੇ ਲੋਕ
ਜਿਹੜੇ ਭਾਵੇਂ ਦਰਬਾਰ ਸਾਹਿਬ ਤੋਂ ਸੁਣਦੇ ਨੇ, ਭਾਵੇਂ ਬੰਗਲਾ ਸਾਹਿਬ ਤੋਂ ਸੁਣਦੇ ਨੇ, ਜਿਹੜੇ ਰੋਜ਼ ਕਥਾ ਦੇ ਸਰੋਤੇ ਨੇ, ਉਹ ਜਦੋਂ ਵੀ ਤੁਹਾਨੂੰ ਮਿਲਣਗੇ ਉਦੋਂ ਹੀ ਕਹਿਣਗੇ ਸਾਡਾ ਤਾਂ ਜੀਵਨ ਬਦਲ ਗਿਆ। ਕਿਉਂਕਿ ਸ਼ਬਦ ਦੀ ਇੱਕ ਆਪਣੀ ਵੀ ਕਰਾਮਾਤ ਹੈ। ਮੈਂ ਸ਼ਬਦ ਦੇ ਉੱਤੇ ਇੱਕ ਸੈਮੀਨਾਰ, ਇੱਕ ਗੋਸ਼ਟੀ, ਇੱਕ ਵਿਚਾਰ ਚਰਚਾ ਫਿੱਕੀ ਆਡੀਟੋਰੀਅਮ ਦੇ ਵਿੱਚ ਉਦੋਂ ਸੁਣੀ ਸੀ ਜਦੋਂ ਮੈਂ ਨਵਾਂ ਦਿੱਲੀ ਆਇਆ ਸੀ। ਇਹ ਗੱਲ ਹੋਏਗੀ 92, 93, 94 ਦੀ, ਅੱਜ ਤੋਂ 30 ਸਾਲ ਪਹਿਲਾਂ। ਸ਼ਬਦ ਕੀ ਹੈ ਆਪਾਂ ਨੂੰ ਤਾਂ ਗੱਲ ਸਮਝ ਆਉਂਦੀ ਨਹੀਂ। ਸਿੱਖ ਧਰਮ ਦੇ ਵਿੱਚ ਸ਼ਬਦ ਗੁਰੂ ਹੈ। ਹੁਣ ਜਿਸ ਧਰਮ ਦੇ ਵਿੱਚ ਸ਼ਬਦ ਗੁਰੂ ਹੈ, ਉਹ ਧਰਮ ਸ਼ਬਦ ਦੇ ਨੇੜੇ ਜਾਣ ਲਈ ਤਿਆਰ ਨਹੀਂ। ਤੁਹਾਨੂੰ ਪਤਾ ਅੱਜ ਫੋਟੋ ਬਿਜ਼ਨਸ ਕਿੰਨਾ ਹੋ ਚੁੱਕਿਆ ਹੈ? ਪਤਾ ਹੈ? ਇਹ 골ਡ ਪਲੇਟਡ ਹੈ ਜੀ, ਇਹ ਸੋਨੇ ਦੇ ਵਿੱਚ ਬਣੀ ਹੋਈ ਹੈ ਜੀ। ਕਈ ਮਿਲੀਅਨ ਡਾਲਰ ਦਾ ਬਿਜ਼ਨਸ ਹੈ ਕੱਲੀ ਫੋਟੋ ਦਾ। ਜਿੱਥੇ ਸਰੀਰ ਗੁਰੂ ਨਹੀਂ ਸੀ, ਉੱਥੇ ਅੱਜ ਤਸਵੀਰ ਗੁਰੂ ਹੋ ਗਈ। ਔਰ ਇਹਦਾ ਨੁਕਸਾਨ ਕੀ ਹੈ? ਅੱਗੇ ਤੁਹਾਡੇ ਘਰਾਂ ਦੇ ਵਿੱਚ ਪੋਥੀ ਹੁੰਦੀ ਸੀ, ਗੁਟਕਾ ਹੁੰਦਾ ਸੀ, ਮਹਾਰਾਜ ਦਾ ਸਰੂਪ ਹੁੰਦਾ ਸੀ। ਤੁਸੀਂ ਉੱਥੇ ਜਾਣ ਲੱਗਿਆਂ ਹੱਥ ਮੂੰਹ ਧੋਂਦੇ ਸੀ, ਸਿਰ ਢੱਕਦੇ ਸੀ, ਮੱਥਾ ਟੇਕਦੇ ਸੀ, ਭਾਵਨਾ ਹੀ ਹੋਰ ਹੁੰਦੀ ਸੀ। ਹੁਣ ਸੁੱਤੇ ਬੈੱਡਰੂਮ 'ਚੋਂ ਆਉਂਦੇ ਆ ਅਤੇ ਡਰਾਇੰਗ ਰੂਮ 'ਚ ਲੱਗੀ ਬਾਬੇ ਦੀ ਫੋਟੋ ਨੂੰ ਵੇਖ ਕੇ ਇੱਦਾਂ ਪਹਿਲਾਂ ਪਟੇ ਜੇ ਸਵਾਰੀ ਜਾਣਗੇ ਅਤੇ ਮੁੜ ਕੇ ਇੱਦਾਂ ਮੱਥਾ ਟੇਕ ਲੈਣਗੇ। ਅਤੇ ਪਤਾ ਕੀ ਕਹਿੰਦੇ ਨੇ, ਅਸੀਂ ਤਾਂ ਸਵੇਰੇ ਹੀ ਬਾਬੇ ਨੂੰ ਮੱਥਾ ਟੇਕ ਲਈਦਾ। ਮੈਂ ਫੋਟੋ ਦੇ ਵਿਰੁੱਧ ਨਹੀਂ ਆ। ਫੋਟੋ ਤੇ ਲੋਕਾਂ ਨੇ ਆਪਣੇ ਘਰ ਵਿੱਚ ਸ਼ਰਾਬੀ ਮਾਂ ਪਿਓ ਦੀ ਵੀ ਲਾਈ ਹੋਈ ਹੈ, ਆਪਣੇ ਕੋਨੇ ਮੋਨੇ ਮਾਂ ਬਾਪ ਦੀ ਵੀ ਲਾਈ ਹੋਈ ਹੈ। ਮੈਂ ਕੋਈ ਲੋਕਾਂ ਦੇ ਘਰ ਦੀਆਂ ਫੋਟੋਆਂ ਉਤਾਰਦਾ ਫਿਰਦਾ? ਲੋਕਾਂ ਨੇ ਘਰ ਵਿੱਚ ਅੱਧੀਆਂ ਨਗਨ ਐਕਟਰਾਂ ਦੀਆਂ ਫੋਟੋ ਲਾਈਆਂ ਹੋਈਆਂ ਨੇ। ਮੈਂ ਕੋਈ ਲੋਕਾਂ ਦੇ ਘਰ ਦੀ ਸਮੀਖਿਆ ਕਰਦਾ ਫਿਰਦਾ? ਮੈਨੂੰ ਕੀ ਇਤਰਾਜ਼ ਹੈ ਕਿ ਜੇ ਕੋਈ ਵਿਅਕਤੀ ਕਿਸੇ ਭਜਨ ਬੰਦਗੀ ਕਰਨ ਵਾਲੀ, ਕਿਸੇ ਨਾਮ ਸਿਮਰਨ ਵਿੱਚ ਭਿੱਜੀ ਕੋਈ ਆਤਮਾ ਰੂਹ ਹੋਵੇ ਤਾਂ ਉਹਦੀ ਆਪਣੀ ਘਰ ਵਿੱਚ ਫੋਟੋ ਲਾਵੇ ਤੇ ਮੈਂ ਇਤਰਾਜ਼ ਕਰਾਂ? ਜੀ ਮੈਨੂੰ ਕਿਸੇ ਦੇ ਸ਼ਰਾਬੀ ਮਾਂ ਪਿਓ ਦੀ ਫੋਟੋ ਦਾ ਇਤਰਾਜ਼ ਨਹੀਂ, ਕਿਸੇ ਦੇ ਕੋਨੇ ਮਾਂ ਪਿਓ ਦਾ, ਸਿਰ ਮੁੰਨਣ ਵਾਲੇ ਮਾਂ ਪਿਓ ਦੀ ਫੋਟੋ ਦਾ ਇਤਰਾਜ਼ ਨਹੀਂ, ਤੇ ਮੈਨੂੰ ਕਿਸੇ ਰੱਬ ਦੇ ਨਾਮ ਜਪਣ ਵਾਲੇ ਦੀ ਫੋਟੋ ਦਾ ਕੀ ਇਤਰਾਜ਼ ਹੋ ਸਕਦਾ? ਮੈਂ ਫੋਟੋ ਦੇ ਵਿਰੁੱਧ ਨਹੀਂ ਆ, ਫੋਟੋ ਦੀ ਪੂਜਾ ਦੇ ਵਿਰੁੱਧ ਆ। ਸਾਡੇ ਵਿੱਚ ਫੋਟੋ ਨਹੀਂ ਹੈ। ਤੁਸੀਂ ਆਪਣੇ ਘਰ ਵਿੱਚ ਜਿਵੇਂ ਮਾਂ ਬਾਪ ਦੀ ਫੋਟੋ ਲਾਉਂਦੇ ਹੋ, ਕਿਸੇ ਸੰਤ ਮਹਾਂਪੁਰਖ ਦੀ ਫੋਟੋ ਲਾਓ, ਅੱਛੀ ਗੱਲ ਹੈ। ਪਰ ਤੁਸੀਂ ਉਸ ਫੋਟੋ ਨੂੰ ਸਵੇਰੇ ਅਗਰਬੱਤੀ ਧੂਪ ਬੱਤੀ ਕਰਕੇ ਕਹੋ ਕਿ ਮੈਨੂੰ ਗੁਰਦੁਆਰੇ ਜਾਣ ਦੀ ਲੋੜ ਨਹੀਂ, ਮੈਨੂੰ ਪਾਠ ਕਰਨ ਦੀ ਲੋੜ ਨਹੀਂ, ਮੈਨੂੰ ਸਿਰ ਢੱਕਣ ਦੀ ਵੀ ਲੋੜ ਨਹੀਂ, ਤਾਂ ਫਿਰ ਸਾਨੂੰ ਆਪਣੇ ਪੈਰ ਰੋਕਣੇ ਚਾਹੀਦੇ ਨੇ ਵੀ ਕਿਤੇ ਨਾ ਕਿਤੇ ਸਾਡੀ ਦਿਸ਼ਾ ਠੀਕ ਨਹੀਂ ਹੈ। ਮੈਂ ਉਸੇ ਸੈਮੀਨਾਰ ਵਿੱਚ ਇਹ ਉਸ ਵਿਦਵਾਨ ਦੇ ਕੋਲੋਂ ਸੁਣਿਆ ਸੀ। ਉਹ ਕਹਿੰਦਾ ਸੀ ਦਿਸ਼ਾ ਕੋ ਬਦਲੀਏ, ਦਿਸ਼ਾ ਕੋ, ਡਾਇਰੈਕਸ਼ਨ ਜਿਹਨੂੰ ਕਹਿੰਦੇ ਆ, ਦਿਸ਼ਾ ਕੋ ਬਦਲੀਏ ਕਿਨਾਰੇ ਬਦਲ ਜਾएंगे। कर्म को बदलिए सितारे बदल जाएंगे। वो कहता किश्तियों के बदलने से क्या होगा? एक बेड़ी चो उतरे, दूजी चढ़ गए, दूजी चो उतरे, तीजी चढ़ गए, तीजी तो उतरे, चौथी चढ़ गए। वो कहते अपनी डायरेक्शन ठीक करो, बेड़ी दूजे पासे लै जाएगी तुहानू। अपने कर्म बदलो, तुहाडे स्टार मत्थे दे भाग बदल जाणगे। असीं अपना काम नहीं बदलना चाहुंदे। मैं फिर बेनती करके शब्द वाल आवां। अमूमन लोग आके कहते हैं ज्ञानी जी पिछले ऐतवार आए, इशनान भी किया, प्रशाद भी कराया, लंगर विच रसत भी दिती, अरदास भी कराई, फर्क तो पिया नहीं।
ਤੇ ਪੁੱਛੋ ਵੀ ਤੈਨੂੰ ਫਰਕ ਪਿਆ, ਤੂੰ ਉਸ ਦਿਨ ਦੀ ਸ਼ਰਾਬ ਤੇ ਨਹੀਂ ਪੀਤੀ? ਫਰਕ ਤੇ ਤੈਨੂੰ ਵੀ ਨਹੀਂ ਪਿਆ, ਤੂੰ ਜਾ ਕੇ ਰਾਤ ਨੂੰ ਫਿਰ ਪੀ ਲਈ। ਕੋਈ ਤੈਨੂੰ ਫਰਕ ਪਿਆ ਉਸ ਦਿਨ ਦਾ? ਕੋਈ ਝੂਠ ਦਾ ਥੋੜ੍ਹਾ ਬਹੁਤਾ ਘਾਟਾ ਹੋਇਆ? ਨਹੀਂ ਜੀ। ਕੋਈ ਬੇਈਮਾਨੀ 'ਚ ਫਰਕ ਆਇਆ? ਨਹੀਂ ਜੀ। ਅੱਛਾ, ਗੁਰੂ 'ਚ ਫਰਕ ਆ ਜਾਣਾ ਚਾਹੀਦਾ ਹੈ। ਆਏ ਜੀ ਗੁਰਦੁਆਰੇ, ਮਹਾਰਾਜ ਨੇ ਸੁਣੀ ਨਹੀਂ। ਬੜਾ ਵੱਡਾ ਬੰਦਾ ਹੈ ਬਈ, ਮਹਾਰਾਜ ਨੂੰ ਤਾਂ ਉੱਠ ਕੇ ਭੱਜ ਪੈਣਾ ਚਾਹੀਦਾ ਸੀ ਵੀ ਵੱਡਾ ਆਦਮੀ ਆਇਆ ਹੈ, ਮਤਲਬ ਮਹਾਰਾਜ ਨੂੰ ਤੇ ਉੱਠ ਕੇ ਸਰਵਿਸ ਦੇਣੀ ਚਾਹੀਦੀ ਸੀ ਤੈਨੂੰ। ਤੂੰ 50 ਸਾਲ ਮਰਜ਼ੀ ਕੀਤੀ, 55 ਸਾਲ ਮਰਜ਼ੀ ਕੀਤੀ, 60 ਸਾਲ ਮਰਜ਼ੀ ਕੀਤੀ, ਤੇ ਇੱਕ ਐਤਵਾਰ ਆ ਕੇ ਤੇ ਤੂੰ ਗਿਲੇ ਸ਼ਿਕਵੇ ਤੇ ਨਿਹੋਰੇ ਉਹ ਦੇਣੇ ਸ਼ੁਰੂ ਕਰ ਦਿੱਤੇ। ਔਰ ਅੱਗੇ ਤੋਂ ਕੋਈ ਵਾਅਦਾ ਨਹੀਂ ਕੀਤਾ ਕਿ ਮਹਾਰਾਜ ਮੈਂ ਸ਼ਰਾਬ ਨਹੀਂ ਪੀਆਂਗਾ, ਮੈਂ ਕੇਸ ਨਹੀਂ ਕੱਟਾਂਗਾ, ਮੈਂ ਝੂਠ ਨਹੀਂ ਬੋਲਾਂਗਾ, ਮੈਂ ਹੇਰਾ ਫੇਰੀ ਨਹੀਂ ਕਰਾਂਗਾ, ਮੈਂ ਆਪਣੀ ਘਰਵਾਲੀ ਨੂੰ ਬੱਚਿਆਂ ਨੂੰ ਮਾਰਾਂਗਾ ਨਹੀਂ, ਮੈਂ ਉਹਨਾਂ ਦੇ ਨਾਲ ਕੋਈ ਜ਼ਿਆਦਤੀ ਨਹੀਂ ਕਰਾਂਗਾ। ਕੋਈ ਵਾਅਦਾ ਕੀਤਾ ਗੁਰੂ ਨਾਲ ਤੁਸੀਂ? ਇਹ ਤੇ ਗੁਰੂ ਉਹ ਹੈ ਜਿਹਦੇ ਦਰ ਤੋਂ ਕੌਡਾ ਰਾਖਸ਼, ਭੂਮੀਆਂ ਚੋਰ, ਸੱਜਣ ਠੱਗ ਸਾਰੇ ਬਖਸ਼ੇ ਗਏ, ਪਰ ਉਹਨਾਂ ਨੇ ਵਾਅਦੇ ਕਰ ਲਏ ਸੀ ਅੱਗੇ ਤੋਂ ਗਲਤੀ ਨਹੀਂ ਕਰਾਂਗੇ। ਭਾਈ ਨੰਦ ਲਾਲ ਸਾਹਿਬ ਨੇ ਗੁਰੂ ਕਲਗੀਧਰ ਪਾਤਸ਼ਾਹ ਨੂੰ ਇੱਕ ਬਚਨ ਆਖੇ ਸਨ। ਆਖਿਆ, ਮਹਾਰਾਜ ਮੈਂ ਤੁਹਾਡੇ ਦਰ ਤੇ ਆਇਆ, ਪਰ ਸੱਚ ਇਹ ਹੈ ਕਿ ਸਾਰੀ ਉਮਰ ਗੁਨਾਹ ਕਰਦਿਆਂ ਬੀਤ ਗਈ ਹੈ। ਤਾਂ ਗੁਰੂ ਨੇ ਪਿਆਰ ਨਾਲ ਕੀ ਕਿਹਾ? ਆਖਿਆ, ਨੰਦ ਲਾਲ ਸਮਝ ਆ ਗਈ? ਕਹਿੰਦਾ ਹਾਂ ਮਹਾਰਾਜ। ਕਹਿੰਦੇ ਫਿਰ ਅੱਜ ਤੋਂ ਛੱਡ ਦਿਓ, ਅੱਗੇ ਤੋਂ ਗੁਨਾਹ ਤੇ ਨਹੀਂ ਕਰੇਗਾ? ਕਹਿੰਦਾ ਜੀ ਨਹੀਂ। ਸਤਿਗੁਰੂ ਕਹਿੰਦੇ ਫਿਰ ਦੱਸ ਤੈਨੂੰ ਕੀ ਚਾਹੀਦਾ? ਉਹਦੀ ਬੜੀ ਸੋਹਣੀ ਇਬਾਰਤ ਹੈ। ਇੱਕ ਦਿਨ ਬਾਜਾਂ ਵਾਲੇ ਪਾਸੋਂ ਪ੍ਰੇਮ ਸੁਰਾਹੀ ਪੀਤੀ। ਵੈਸੇ ਸੁਰਾਹੀ ਕਹਿੰਦੇ ਨੇ ਉਸ ਭਾਂਡੇ ਨੂੰ ਜਿਹਦੇ ਵਿੱਚ ਸ਼ਰਾਬ ਰੱਖੀ ਜਾਂਦੀ ਹੈ। ਭਾਈ ਨੰਦ ਲਾਲ ਕਹਿੰਦੇ ਮੇਰੀ ਸੁਰਾਹੀ ਵਿੱਚ ਸ਼ਰਾਬ ਨਹੀਂ, ਮੇਰੀ ਸੁਰਾਹੀ ਵਿੱਚ ਪ੍ਰੇਮ ਸੀ। ਮੈਂ ਗੁਰੂ ਕਲਗੀਧਰ ਪਾਤਸ਼ਾਹ ਦੇ ਪ੍ਰੇਮ ਦੇ ਵਿੱਚ ਭਿੱਜਿਆ ਹੋਇਆ। ਇੱਕ ਦਿਨ ਬਾਜਾਂ ਵਾਲੇ ਪਾਸੋਂ ਪ੍ਰੇਮ ਸੁਰਾਹੀ ਪੀਤੀ। ਤੇ ਜਿਵੇਂ ਸ਼ਰਾਬੀ ਕਰਦੇ ਨੇ, ਕਹਿੰਦੇ ਮੇਰੇ ਨਾਲ ਵੀ ਉਹ ਕੁਝ ਹੀ ਹੋਇਆ। ਵੇਖੋ, ਤੁਹਾਨੂੰ ਪਤਾ ਹੈ ਬੰਦਾ 3 ਵੇਲੇ ਸੱਚ ਬੋਲਦਾ, ਜਾਂ ਤੇ ਬੰਦਾ ਸੱਚ ਬੋਲਦਾ ਕਿਸੇ ਦੇ ਪਿਆਰ ਵਿੱਚ, ਜਾਂ ਬੰਦਾ ਸੱਚ ਬੋਲਦਾ ਨਸ਼ੇ ਵਿੱਚ, ਤੇ ਜਾਂ ਫਿਰ ਬੰਦਾ ਸੱਚ ਬੋਲਦਾ ਜਿੱਥੇ ਉਹ ਲਿਖਿਆ ਹੁੰਦਾ ਹੈ ਨਾ, ਆਣ ਮਿਲੋ ਸੱਜਣਾ, ਥਾਣੇ 'ਚ, ਕਿਸੇ ਇੰਟਰੋਗੇਸ਼ਨ ਸੈਂਟਰ ਵਿੱਚ। ਰੱਬ ਦੇ ਘਰ 'ਚ ਤੇ ਕੋਈ ਵਿਰਲਾ ਹੀ ਆ ਕੇ ਸੱਚ ਬੋਲਦਾ ਹੈ। ਪੜਦੇ ਹੀ ਪਾਈ ਜਾਂਦੇ ਆ, ਰਹਿੰਦੀ ਖੁੰਦੀ ਕਸਰ ਮੇਰੇ ਵਰਗੇ ਕੱਢੀ ਜਾਂਦੇ ਨੇ। ਬੜਾ ਗੁਰਮੁਖ ਪਰਿਵਾਰ ਹੈ, ਮਗਰ ਭਾਵੇਂ ਪੇਟੀਆਂ ਦੀ ਧਾਕ ਲੱਗੀ ਹੋਵੇ ਸ਼ਰਾਬ ਦੀ, ਵੀ ਬਾਬਾ ਜੀ ਜਾਓ ਸਹੀ, ਤੁਸੀਂ ਇੱਥੇ ਵੇਖਿਓ ਕਿੱਦਾਂ ਫਿਰ ਖੁੱਲੇ ਵਰਤਾਰੇ ਵਰਤਦੇ ਨੇ। ਭਾਈ ਨੰਦ ਲਾਲ ਕਹਿੰਦੇ ਮੈਂ ਪ੍ਰੇਮ ਵਿੱਚ ਆ ਕੇ ਸੱਚ ਬੋਲਿਆ। ਇੱਕ ਦਿਨ ਬਾਜਾਂ ਵਾਲੇ ਪਾਸੋਂ ਪ੍ਰੇਮ ਸੁਰਾਹੀ ਪੀਤੀ, ਸਾਰੀ ਉਮਰ ਗੁਨਾਹੀ ਬੀਤੀ, ਹਰ ਕੀ ਭਗਤ ਨਾ ਕੀਤੀ। ਗੁਨਾਹ ਕਰਦਿਆਂ ਉਮਰ ਬੀਤ ਗਈ ਮਹਾਰਾਜ, ਭਗਤੀ ਨਹੀਂ ਹੋ ਸਕੀ। ਤੇ ਅੱਗੋਂ ਬਾਜਾਂ ਵਾਲੇ ਨੇ ਕੀ ਕਿਹਾ? ਉਹਨਾਂ ਨੇ ਕਿਹਾ ਆਗੇ ਸਮਝ ਚਲੋ ਨੰਦ ਲਾਲਾ, ਪਾਛੇ ਜੋ ਬੀਤੀ ਸੋ ਬੀਤੀ। ਜੋ ਬੀਤ ਗਈ ਛੱਡੋ ਉਸ ਨੂੰ, ਬੀਤਿਆ ਵਕਤ ਕਦੇ ਵਾਪਸ ਨਹੀਂ ਆਉਣਾ। ਜੋ ਵਕਤ ਤੁਹਾਡੇ ਕੋਲ ਬਾਕੀ ਉਸ ਨੂੰ ਸੰਭਾਲਣ ਦੀ ਕੋਸ਼ਿਸ਼ ਕਰੋ। ਜੇ ਸਿੱਖਾ ਤੂੰ ਗੁਰੂ ਦੇ ਦਰ ਤੇ ਆ ਗਿਆ ਹੈ, ਆਉਣਾ ਸਿੱਖ ਲੈ। ਆ ਕੇ ਕਹਿ ਹਮ ਅਵਗੁਣ ਭਰੇ ਇੱਕ ਗੁਣ ਨਾਹੀ, ਅੰਮ੍ਰਿਤ ਛਾੜ ਬਿਖੈ ਬਿਖ ਖਾਹੀ, ਮਾਇਆ ਮੋਹ ਭਰਮ ਪੈ ਭੂਲੇ, ਸੁਤ ਦਾਰਾ ਸਿਓ ਪ੍ਰੀਤ ਲਗਾਈ। ਇੱਕ ਉੱਤਮ ਪੰਥ ਸੁਣਿਓ, ਗੁਰ ਸੰਗਤ ਤਿਹ ਮਿਲੰਤ,
जम त्रास मिटाई तिहें मिलंत, जम त्रास मिटाई एक अरदास, भाट कीरत की गुरु रामदास राखो शरणा। मैं और जी गोष्ठी जिहड़ा सैमीनार जिहदे विच हाज़री भरी अटेंड किया, उत्थे उन्होंने कहा भी जिहड़ा शब्द है साडे विच तां शब्द गुरु है, शब्द गुर पीरा गहर गंभीरा, बिन शब्द है जग बौर आनंद। इस घर दे विच तां शब्द गुरु सुरत धुन चेला। वो कहंदे शब्द दे अपने विच एक शक्ति है, एक ताकत है। वो कहंदे किसी नूं बोलो खोता, हुण खोता कहण नाल कदे किसी दे कंन तां उगदे नहीं, लत्तां किसी दियां चार नहीं हुंदियां, पूछ उहदे लगदी नहीं। बंदे नूं कह दिओ खोता, पर कहदे टीटने खोते जिन्ने मार देगा। जमीन च भी लेटेगा भी हाँ हाँ तू मैनू खोता क्या किवें है। खोता एक अखर है, शब्द है। जिहड़े शब्द तुसीं बोलदे हो ये शब्दां दे अपने भाव ने, इन्हां दी अपनी बोली है। ये असर अंदाज हुंदे ने। सच्चे पातशाह ने जदों ये शब्द आख्या है ना कि अखरी नाम अखरी साला अखरी ज्ञान गीत गुण गा, अखरी लिखण बोलन बाण, अखरां सिर संजोग वखाण। अखरां दी ते इन्नी कीमत है, पर असीं फोटो वाल चले गए। सच्चे पातशाह ने तुहानूं बाणी दित्ती सी। अज भी गुरु अर्जन देव पिता महाराज साडी इस दशा नूं जाणदे ने, साडी दिशा नूं भी जाणदे ने, साडे ते तुरठदे ने। ये साहिब मेरा नीत नवा है। पता है इन्हां नूं भी इन्हां ने कथा कल भी सुनी है तो मन्नी कोई नहीं। मेरा ख्याल है दुनिया च कोई अध्यापक ऐसा नहीं होएगा जिहड़ा रोज़ उपदेश करेगा, अखीरों एक दिन बच्चे नूं कहेगा भी काका तू तो बरांडे च बह जा जाके, तू तो क्लास दा कमरा खाली कर, क्योंकि तेरे ते तां गल दा असर ही नहीं हुंदा। घटो घट इत्थे पढ़न वाले बच्चे नूं बैठण दे। सच्चे पातशाह महाराज समझाउंदे ने कि दुख बिन से सुख हर गुण गाए। तुहाडे दुख मिटणगे हरि दे गुण गाया, तुहानूं सुख प्राप्त होणगे हरि दे गुण गाया। दुख बिन से सुख हर गुण गाए, गुर पूरा भेटिया लिव लाए। पूरे गुरु नूं मिलोगे तुहाडी सुरत रब नाल जुड़ेगी। पूरे गुरु नाल जुड़ोगे तो तुहाडी सुरत परमात्मा नाल जुड़ेगी। परमात्मा तुहानूं दुनियावी बंदियां दीयां गल्लां नहीं सुणाउंदा। ये गुरु की वडियाई है। गुरु पातशाह जी कहंदे ही ये सी, मरदानिया काई सिफत निरंकार दी करिए। हुण सिफत ते परमात्मा दी है, बंदे दी सिफत नहीं। मैं तो हमेशा बेनती करदा कि जे कोई बंदा सोहना है ये भी रब की सिफत है भी उन्हें इन्ना सोहना बच्चा पैदा किया है। जे कोई बंदा सियाणा है ये भी उसकी सिफत है भी उन्हें रब ने ऐसा इनू दिमाग दिता है। नहीं तो दुनिया दे विच मंदहीन बच्चे भी हुंदे ने। उन्होंने बुद्धिहीन कह दिओ, मंद बुद्धि कह दिओ, सारी दुनिया अकल लतीफ तो नहीं है ना। जे कुछ तुहानूं मिलिया है ये उस अकाल पुरख की वडियाई है, बंदे की वडियाई नहीं है। असीं तां उहदियां वडियाइयां नूं माणदे आ, पुंचदे आ, उहदियां रहमतां नूं असीं वरतदे आ, दिन रात वरतदे आ। सारी प्रकृति वरत रही उहदी रहमत नूं। तो सच्चे पातशाह महाराज समझाते ने जदों गुरु पूरा मिलेगा
ਤੁਹਾਡੀ ਸੁਰਤ ਰੱਬ ਨਾਲ ਜੁੜੇਗੀ। ਅੱਜ ਸਾਡੀ ਸੁਰਤ ਕਿੱਧਰ ਗਈ? ਮੈਂ ਮੰਜੀ ਸਾਹਿਬ ਵੀ ਬੇਨਤੀ ਕੀਤੀ ਸੀ ਵੀ ਅੱਜ ਆਪਣੇ ਆਪ ਨੂੰ ਈਸਾਈ ਤੇ ਕ੍ਰਿਸਚਨ ਅਖਵਾਉਣ ਵਾਲੇ ਜਿਹੜੇ ਪਾਸਟਰ ਨੇ ਉਹ ਤਾਂਤਰਿਕ ਵਿਦਿਆ ਕਰ ਰਹੇ ਨੇ, ਡੋਲੀਆਂ ਖੜਖੜਾ ਰਹੇ ਨੇ, ਭੂਤ ਕੱਢ ਰਹੇ ਨੇ। ਕੋਈ ਨਾ ਕੋਈ, ਜਿਵੇਂ ਪਹਿਲਾਂ ਸਾਡੇ ਬਾਬੇ ਕਰਦੇ ਸੀ ਅੰਧ ਵਿਸ਼ਵਾਸੀ, ਹੁਣ ਉਹ ਕਰਦੇ ਨੇ, ਹੁਣ ਅਸੀਂ ਇਤਰਾਜ਼ ਕਰਦੇ ਹਾਂ। ਇਹ ਹਕੀਕਤ ਹੈ। ਈਸਾਈਅਤ ਵਿੱਚ ਵੀ ਇਹ ਕੁਝ ਨਹੀਂ ਹੈਗਾ ਜਿਵੇਂ ਇਸਲਾਮ ਦੇ ਵਿੱਚ ਹੈ। ਇਸਲਾਮ ਦੇ ਵਿੱਚ ਆ ਧਾਗੇ, ਤਵੀਤ, ਇਲਮ, ਦਰਗਾਹਾਂ, ਕਬਰਾਂ, ਕੁਝ ਵੀ ਨਹੀਂ ਹੈਗਾ। ਪੁੱਛ ਲਓ ਕਿਸੇ ਸੱਚੇ ਮੁਸਲਮਾਨ ਨੂੰ। ਇਹਨਾਂ ਚੀਜ਼ਾਂ ਨੂੰ ਉੱਥੇ ਕੋਈ ਥਾਂ ਨਹੀਂ। ਸਾਡੇ ਧਰਮ ਵਿੱਚ ਵੀ ਇਹਨਾਂ ਚੀਜ਼ਾਂ ਨੂੰ ਕੋਈ ਥਾਂ ਨਹੀਂ। ਤੁਹਾਡਾ ਗੁਰੂ ਕੀ ਕਹਿੰਦਾ ਹੈ? ਕਹਿੰਦਾ ਨਾਟਕ ਚੇਟਕ ਕੀਏ ਕੁਕਾਜਾ ਪ੍ਰਭ ਲੋਗਣ ਕਹਿ ਆਵਤ ਲਾਜਾ। ਨਾਟਕ ਚੇਟਕ ਕਰਨਾ ਇਹ ਮਦਾਰੀਆਂ ਦਾ ਕੰਮ ਹੈ, ਇਹ ਮਹਾਂਪੁਰਖਾਂ ਦਾ ਕੰਮ ਨਹੀਂ ਹੈ। ਜੇ ਇਹਨਾਂ ਦੀ ਅਹਿਮੀਅਤ ਨੂੰ ਤੁਸੀਂ ਮੰਨਣਾ ਹੈ ਤਾਂ ਫਿਰ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕਿ ਭਾਈ ਤਾਰੂ ਸਿੰਘ ਦੇ ਵਿੱਚ, ਭਾਈ ਮਣੀ ਸਿੰਘ ਦੇ ਵਿੱਚ, ਭਾਈ ਮਤੀ ਦਾਸ ਦੇ ਵਿੱਚ, ਭਾਈ ਸਤੀ ਦਾਸ ਦੇ ਵਿੱਚ, ਭਾਈ ਦਿਆਲਾ ਜੀ ਦੇ ਵਿੱਚ ਕੋਈ ਸ਼ਕਤੀ ਨਹੀਂ ਸੀ। ਜਲਾਦ ਆਉਂਦੇ ਨੇ, ਇੰਨੇ ਤਸੀਹੇ ਦੇ ਜਾਂਦੇ ਨੇ। ਨਹੀਂ, ਉਹਨਾਂ 'ਚ ਸ਼ਕਤੀ ਸੀ ਕਿ ਉਹ ਇਹ ਸਭ ਕੁਝ ਸਹਾਰ ਕੇ ਵੀ ਬਾਣੀ ਪੜ੍ਹਦੇ ਸੀ, ਅਡੋਲ ਰਹੇ। ਉਹਨਾਂ ਨੇ ਕੋਈ ਈਨ ਨਹੀਂ ਮੰਨੀ, ਕੋਈ ਧਰਮ ਨਹੀਂ ਤਿਆਗਿਆ। ਔਰੰਗਜ਼ੇਬ ਨੇ ਗੁਰੂ ਤੇਗ ਬਹਾਦਰ ਪਿਤਾ ਕੋਲੋਂ ਪੁੱਛਿਆ ਸੀ, ਤੇਰੇ ਨਾਮ ਦੇ ਮਾਇਨੇ ਕੀ ਨੇ, ਅਰਥ ਕੀ ਨੇ, ਤੂੰ ਕਿਵੇਂ ਤੇਗ ਬਹਾਦਰ ਹੈ? ਇਹ ਪੁੱਛਿਆ ਸੀ ਉਸਨੇ। ਹੁਣ ਇੱਥੇ ਤੇਗ ਚੱਲਦੀ ਹੈ ਪਰ ਇਹ ਬਹਾਦਰੀ ਨਹੀਂ ਕਿ ਭਾਈ ਅਸੀਂ ਪਹਿਲਾਂ ਇਸ਼ਨਾਨ ਕਰਾਂਗੇ, ਫਿਰ ਅਸੀਂ ਜਪਜੀ ਸਾਹਿਬ ਦਾ ਪਾਠ ਕਰਾਂਗੇ, ਅਸੀਂ ਆਪਣੇ ਮਾਲਕ ਦਾ ਹੁਕਮ ਮੰਨਾਂਗੇ। ਤੇ ਜਲਾਦ ਨੂੰ ਕਿਹਾ ਤੂੰ ਆਪਣੇ ਮਾਲਕ ਦਾ ਹੁਕਮ ਮੰਨ ਲਈ। ਸੱਚੇ ਪਾਤਸ਼ਾਹ ਨੂੰ ਤੇਗ ਚਲਾਉਣੀ ਵੀ ਆਉਂਦੀ ਸੀ, ਵਾਹੁਣੀ ਵੀ ਆਉਂਦੀ ਸੀ, ਤੇਗ ਸਹਾਰਨੀ ਵੀ ਆਉਂਦੀ ਸੀ। ਉਹ ਤੇਗ ਦੇ ਧਨੀ ਸਨ। ਉਹਨਾਂ ਦਾ ਨਾਂ ਤੇਗ ਬਹਾਦਰ ਨਹੀਂ ਸੀ, ਉਹਨਾਂ ਦਾ ਨਾਂ ਸੀ ਤਿਆਗ ਮੱਲ। ਇਹ ਤੇ ਪਿਤਾ ਗੁਰੂ ਹਰਗੋਬਿੰਦ ਸਾਹਿਬ ਨੇ ਬਖਸ਼ਿਸ਼ ਕੀਤੀ ਸੀ, ਆਖਿਆ ਸੀ ਪੁੱਤਰਾ ਤੂੰ ਤਿਆਗ ਮੱਲ ਨਹੀਂ, ਤੂੰ ਤੇ ਤੇਗ ਬਹਾਦਰ ਹੈ। ਐਸੀ ਤੇਗ ਵਾਹੀ ਤੂੰ ਕਰਤਾਰਪੁਰ ਦੀ ਜੰਗ ਵਿੱਚ। ਜਿਹੜਾ ਸਾਡਾ ਧਰਮ ਹੈ ਨਾ, ਇਹ ਬੜਾ ਸੌਖਾ ਧਰਮ ਹੈ। ਇਸ ਧਰਮ ਦੇ ਵਿੱਚ ਇਹਨਾਂ ਨਾਟਕਾਂ ਚਿਟਕਾਂ ਨੂੰ ਕੋਈ ਥਾਂ ਨਹੀਂ ਹੈ। ਇੱਥੇ ਜਿਹੜਾ ਪਹਿਲਾ ਪਾਠ ਹੈ, ਪਹਿਲੇ ਪਾਠ ਦੀ ਜਿਹੜੀ ਪਹਿਲੀ ਪੌੜੀ ਹੈ, ਉਹਦੇ ਵਿੱਚ ਸਾਰਾ ਤਾਤਪਰਜ ਹੈ ਕਿ ਹੁਕਮ ਰਜਾਈ ਚੱਲਣਾ, ਨਾਨਕ ਲਿਖਿਆ ਨਾਲ। ਉਹਦੀ ਹੁਕਮ ਦੇ ਵਿੱਚ, ਉਹਦੀ ਰਜਾ ਵਿੱਚ ਤੁਰਨਾ। ਕਦੇ ਰੱਬੀ ਭਾਣੇ ਤੋਂ ਬਾਹਰ ਨਹੀਂ ਜਾਣਾ, ਉਹਦੀ ਰਜਾ ਤੋਂ ਬਾਹਰ, ਉਹਦੇ ਹੁਕਮ ਤੋਂ ਬਾਹਰ ਨਹੀਂ ਜਾਣਾ। ਔਰ ਹਰ ਵਕਤ ਇੱਕੋ ਗੱਲ ਕਹਿਣੀ ਹੈ ਕਿ ਜੋ ਤੁਧ ਭਾਵੈ ਸਾਈ ਭਲੀ ਕਾਰ, ਜੋ ਤੁਧ ਭਾਵੈ ਸਾਈ ਭਲੀ ਕਾਰ, ਜੋ ਤੁਧ ਭਾਵੈ ਸਾਈ ਭਲੀ ਕਾਰ। ਇੱਕ ਵਾਰੀ ਨਹੀਂ, ਸੱਚੇ ਪਾਤਸ਼ਾਹ ਨੇ 3 ਵਾਰੀ ਆਖਿਆ ਤੂੰ ਸਦਾ ਸਲਾਮਤ ਨਿਰੰਕਾਰ। ਆਪੇ ਹਰ ਇੱਕ ਰੰਗ ਹੈ, ਆਪੇ ਬਹੁ ਰੰਗੀ, ਜੋ ਤਿਸ ਭਾਵੈ ਨਾਨਕਾ ਸਾਈ ਗੱਲ ਚੰਗੀ। ਜੋ ਉਹਨੂੰ ਠੀਕ ਲੱਗਦਾ ਹੈ। ਤੁਰਨਾ ਤਾਂ ਉਹਦੀ ਰਜਾ ਵਿੱਚ ਸੀ, ਤੁਰਨਾ ਉਹਦੇ ਹੁਕਮ ਵਿੱਚ ਸੀ, ਰਹਿਣਾ ਉਹਦੇ ਭਾਣੇ ਵਿੱਚ ਸੀ, ਰਹਿਣਾ ਉਹਦੀ ਮਰਜ਼ੀ ਵਿੱਚ ਸੀ। ਤੇ ਅੱਜ ਸਾਰਾ ਹੀ ਸਿੱਖ ਅਖਵਾਉਣ ਵਾਲਾ ਵਿਅਕਤੀ, ਜਿੰਨਾ ਸਾਡਾ ਆਵਾਮ ਹੈ, ਸਾਰਾ ਇਸੇ ਗੱਲ ਤੇ ਤੁਰਿਆ ਹੈ ਕਿ ਤੁਸੀਂ ਉਹ ਦੱਸੋ ਵੀ ਉਹ ਕਿਵੇਂ ਹੋ ਸਕਦਾ ਹੈ ਕਿ ਜੋ ਕੁਝ ਹੋ ਰਿਹਾ ਹੈ ਇਹ ਪਲਟ ਜਾਏ, ਇਹ ਉਲਟ ਜਾਏ। ਅਸੀਂ ਆਪਣੀ ਮਰਜ਼ੀ ਪਗਾਉਣੀ ਚਾਹੁੰਦੇ ਹਾਂ।
ਭੈਣ ਜੀ ਹੋਰੀ ਬੈਠੇ ਸੀ ਅਖੰਡ ਪਾਠ ਸਾਹਿਬ ਜਿੱਥੇ ਚੱਲਦੇ ਨੇ, ਤੇ ਉਹ ਕਹਿਣ ਲੱਗੇ ਵੀ ਦਰਬਾਰ ਸਾਹਿਬ ਕੋਈ ਸਿਰ ਨੰਗਾ ਕਰ ਲਵੇ ਨਾ ਤੇ ਸੇਵਾਦਾਰ ਆ ਕੇ ਨਾ ਸਿਰ ਤੇ ਪਟੋਕੀ ਮਾਰਦੇ ਨੇ, ਹੱਥ ਜਿਹਾ ਮਾਰ ਕੇ ਕਹਿੰਦੇ ਬੀਬੀ ਸਿਰ ਢੱਕ। ਤੂੰ ਪਤਾ ਨਹੀਂ ਜਿੰਨੀਆਂ ਗੱਲਾਂ ਸੁਣਦੇ ਨਿਕਲਦੀਆਂ ਤੇ ਹੈ ਨਹੀਂ, ਮਨ 'ਚ ਹੀ ਰਹਿੰਦੀਆਂ ਨੇ। ਤੂੰ ਮੈਂ ਹੁਣੇ ਸਵੇਰੇ ਤਾਬਿਆ ਬੈਠਿਆ, ਹਾਲਾਂਕਿ ਬੈਠਾ ਮੈਂ 15 ਕੁ ਮਿੰਟ ਜਾਂ 12-13 ਮਿੰਟ ਹੀ ਆ, ਤੇ ਮੇਰੇ ਮਨ 'ਚ ਆਈ ਵੀ ਮਤਲਬ ਗੱਲ ਤਾਂ ਠੀਕ ਹੈ ਵੀ ਭੈਣੋ ਤੁਸੀਂ ਆਪਣੀ ਖੁਸ਼ੀ ਲੈਣ ਆਈਆਂ ਤੇ ਸਿਰ ਤੇ ਚੁੰਨੀ ਦਾ ਵੀ ਖਿਆਲ ਭੁੱਲ ਗਿਆ, ਤੇ ਸਾਡੀ ਤੇ ਨੌਕਰੀ ਇਹ ਹੈ ਵੀ ਸਾਡੀ ਖੁਸ਼ੀ ਦਾ ਵੀ ਤਾਂ ਧਿਆਨ ਰੱਖੋ। ਸਾਡੀ ਹੁਣੇ ਬਦਲੀ ਹੋ ਜਾਣੀ ਆ ਵੀ ਇਹ ਬੀਬੀਆਂ ਨੰਗੇ ਸਿਰ ਬੈਠੀਆਂ ਨੇ, ਤੁਸੀਂ ਕੀ ਕਰਦੇ ਹੋ? ਆਪਾਂ ਹੁੰਦੇ ਹਾਂ ਗੁਰਦੁਆਰੇ ਆਪਣੇ ਮਨ ਦੀ ਖੁਸ਼ੀ ਵਾਸਤੇ, ਇਸੇ ਕਰਕੇ ਨਾ ਸਾਨੂੰ ਆਪਣੇ ਕੱਪੜਿਆਂ ਦਾ ਪਤਾ ਹੈ, ਨਾ ਸਾਨੂੰ ਆਪਣੇ ਪਹਿਰਾਵੇ ਦਾ ਪਤਾ ਹੈ, ਨਾ ਸਾਨੂੰ ਕੋਈ ਗੁਰਦੁਆਰੇ ਦੀ ਮਰਿਆਦਾ ਦਾ ਪਤਾ ਹੈ। ਉਹ ਤਾਂ ਕਰੀ ਜਾਂਦੇ ਆ, ਅੱਜ ਜੀ ਬੜਾ ਚੰਗਾ ਲੱਗਾ ਗੁਰਦੁਆਰੇ ਗਏ, ਪਰ ਜਿਹੜੇ ਉੱਥੇ ਨੌਕਰੀ ਕਰਦੇ ਨੇ ਥੋੜ੍ਹਾ ਜਿਹਾ ਉਹਨਾਂ ਨੂੰ ਵੀ ਤਾਂ ਚੰਗਾ ਲੱਗੇ ਨਾ, ਕਿਉਂਕਿ ਉਹਨਾਂ ਦੀ ਡਿਊਟੀ ਇਹ ਹੈ ਕਿ ਸੰਗਤ ਪੈਰ ਧੋ ਕੇ ਆਵੇ, ਕੋਈ ਜਰਾਬਾ ਪਾ ਕੇ ਨਾ ਆਵੇ, ਕੋਈ ਨੰਗੇ ਸਿਰ ਨਾ ਆਵੇ, ਕੋਈ ਥੋੜ੍ਹੇ ਕੱਪੜੇ ਪਾ ਕੇ ਨਾ ਆਵੇ, ਇੱਕ ਸਾਦੇ ਸਿੰਪਲ ਬਸਤਰ ਪਾ ਕੇ ਸੰਗਤ ਆਵੇ, ਸੋਹਣੇ ਢੰਗ ਨਾਲ ਅਸੀਂ ਚੌਂਕੜੀ ਮਾਰ ਕੇ ਬੈਠੀਏ, ਸਾਡੇ ਬੈਠਣ ਦਾ ਸਲੀਕਾ ਠੀਕ ਹੋਣਾ ਚਾਹੀਦਾ। ਉਹਨਾਂ ਦੀ ਡਿਊਟੀ ਹੈ। ਉਹ ਵਿਚਾਰੇ ਫਿਰ ਪਟੋਕੀ ਜੀ ਮਾਰਦੇ ਵੀ ਭਾਈ ਸਾਡੀ ਖੁਸ਼ੀ ਦਾ ਵੀ ਧਿਆਨ ਕਰ ਲਓ, ਤੁਹਾਨੂੰ ਤਾਂ ਖੁਸ਼ੀ ਆਈ ਜਾਂਦੀ ਹੈ, ਤੁਹਾਡਾ ਤਾਂ ਸਿਰ ਭਾਵੇਂ ਨੰਗਾ ਹੈ, ਤੁਸੀਂ ਤਾਂ ਝੂਮੀ ਜਾਂਦੇ ਹੋ, ਸਿਰ ਤੋਂ ਕੱਪੜਾ ਉਤਰ ਗਿਆ ਹੈ, ਪਰ ਸਾਡੀ ਡਿਊਟੀ ਉਤਰ ਸਕਦੀ ਹੈ। ਅਸਲ ਵਿੱਚ ਅਸੀਂ ਨਾ ਆਪਣੇ ਮਨ ਦੀ ਖੁਸ਼ੀ 'ਚ ਹੀ ਤੁਰੇ ਫਿਰਦੇ ਹਾਂ, ਪਰ ਇਹ ਚੇਤਾ ਰੱਖਣਾ, ਇਹ ਮੈਂ ਤਾਂ ਅੱਗੇ ਵੀ ਬੇਨਤੀ ਕਰਦਾ ਕਿ ਤੁਸੀਂ ਮੰਨਦੇ ਹੋ, ਆਪਣੇ ਵਿਆਹ ਸ਼ਾਦੀਆਂ ਦੇ ਕਾਰਡਾਂ 'ਤੇ ਵੀ ਲਿਖਦੇ ਹੋ ਕਿ ਮਨ ਦੀ ਖੁਸ਼ੀ ਨਾਲ ਕੁਝ ਨਹੀਂ ਹੋਣਾ, ਲੱਖਾਂ ਖੁਸ਼ੀਆਂ ਤੇ ਪਾਤਸ਼ਾਹੀਆਂ ਹੋਣਗੀਆਂ, ਪਰ ਜੇ ਸਤਿਗੁਰੂ ਦੀ ਖੁਸ਼ੀ ਹੋਏਗੀ ਤਾਂ ਲੱਖ ਖੁਸ਼ੀਆਂ ਪਾਤਸ਼ਾਹੀਆਂ, ਜੇ ਸਤਿਗੁਰ ਨਦਰ ਕਰੇ। ਜਦੋਂ ਗੁਰੂ ਦੀ ਨਦਰ ਹੋਏਗੀ, ਜਦੋਂ ਗੁਰੂ ਤਰੁੱਠੇਗਾ, ਜਦੋਂ ਗੁਰੂ ਪ੍ਰਸੰਨ ਹੋਵੇਗਾ, ਜਦੋਂ ਗੁਰੂ ਦੀ ਖੁਸ਼ੀ ਹੋਵੇਗੀ, ਜਦੋਂ ਉਹਦੀ ਨਜ਼ਰੇ ਅਨਾਇਤ ਹੋਏਗੀ, ਜਦੋਂ ਉਹਦੀ ਨਜ਼ਰ ਸਵੱਲੀ ਹੋਏਗੀ, ਜਦੋਂ ਉਹ ਬਖਸ਼ਿਸ਼ਾਂ ਦਾ ਦਰ ਖੋਲ੍ਹੇਗਾ, ਤੇ ਬੰਦਿਆ ਤੇਰੇ ਕੋਲੋਂ ਤਾਂ ਸਮਾਨ ਚੁੱਕਿਆ ਹੀ ਨਹੀਂ ਜਾਣਾ। ਉਸ ਗੁਰੂ ਨੂੰ ਮਿਲ ਕੇ ਵੇਖ, ਤੇਰੀ ਸੁਰਤ ਰੱਬ ਨਾਲ ਜੁੜੇਗੀ, ਉਹਦੀ ਬਾਣੀ ਪੜ੍ਹ ਕੇ ਵੇਖ, ਤੇਰੇ ਦੁੱਖ ਮਿਟ ਜਾਣਗੇ, ਤੈਨੂੰ ਸੁੱਖ ਪ੍ਰਾਪਤ ਹੋਣਗੇ। ਛਾੜ ਸਿਆਣਪ ਬਹੁ ਚਤਰਾਈ, ਸਿਆਣਪ ਛੱਡ ਦੇ, ਚਤਰਾਈ ਛੱਡ ਦੇ। ਇਹ ਬਾਰ-ਬਾਰ ਗੁਰੂ ਜੀ ਨੇ ਕਿਹਾ ਹੈ ਕਿ ਚਤਰਾਈ ਨਾ ਚਤਰ ਭੁਜ ਪਾਈਐ, ਰੇ ਜਨ ਮਨ ਮਾਧੋ ਸਿਉ ਲਾਈਐ। ਸਹਿਸ ਸਿਆਣਪਾਂ ਲੱਖ ਹੋਹੈ, ਤਾਂ ਇੱਕ ਨਾ ਚੱਲੇ ਨਾਲ। ਪਰ ਅਸੀਂ ਸਿਆਣਪ ਨੂੰ, ਚਤਰਾਈ ਨੂੰ, ਅਕਲ ਨੂੰ ਇੰਨੀ ਤਵੱਜੋ ਦਿੰਦੇ ਹਾਂ, ਇੰਨਾ ਉਹਦੇ 'ਤੇ ਅਸੀਂ ਵਿਸ਼ਵਾਸ ਕਰਦੇ ਹਾਂ ਕਿ ਅਸੀਂ ਰੱਬ ਤੋਂ ਬੇਵਿਸ਼ਵਾਸੇ ਹੋ ਗਏ। ਰੱਬ ਦੀ ਗੱਲ ਸੁਣ ਕੇ ਪਤਾ ਕੀ ਕਹਿੰਦੇ ਆ, ਨਹੀਂ ਮੈਨੂੰ ਤਾਂ ਇੱਦਾਂ ਨਹੀਂ ਲੱਗਦਾ, ਮੈਂ ਤਾਂ ਇੱਦਾਂ ਨਹੀਂ ਮੰਨਦਾ, ਮੇਰੀ ਅਕਲ ਵਿੱਚ ਤਾਂ ਇਹ ਗੱਲ ਠੀਕ ਨਹੀਂ ਹੈਗੀ। ਇਹ ਜ਼ਰੂਰੀ ਵੀ ਨਹੀਂ, ਪਰ ਜਿਹੜੀ ਰੱਬ ਦੀ ਗੱਲ ਉਹ ਸੱਚੀ ਹੈ। ਹੁਣ ਬਾਈਬਲ 'ਚ ਲਿਖਿਆ ਕਿ ਧਰਤੀ ਨਹੀਂ ਘੁੰਮਦੀ। ਹੁਣ ਗਲੀਲੀਓ ਨੇ ਜਦੋਂ ਉਹਨੂੰ ਕਹਿਣ ਲੱਗੇ ਇਹਨੂੰ ਗੋਲੀ ਮਾਰੋ, ਇਹ ਸਾਡੇ ਧਰਮ ਗ੍ਰੰਥ ਨੂੰ ਚੈਲੰਜ ਕਰਦਾ ਹੈ, ਉਹਨੇ ਕਿਹਾ ਨਾ ਮਾਰੋ ਭਾਈ, ਨਾ ਮਾਰੋ, ਨਾ ਮਾਰੋ। ਕਿਉਂ ਮੈਨੂੰ ਗੋਲੀ ਮਾਰਨ ਲੱਗੇ ਹੋ? ਤੁਸੀਂ ਕਹਿੰਦੇ ਹੋ ਧਰਤੀ ਨਹੀਂ ਘੁੰਮਦੀ, ਮੈਂ ਵੀ ਕਹਿ ਦਿੰਦਾ ਨਹੀਂ ਘੁੰਮਦੀ। ਪਰ ਉਹਦੇ ਬਾਰੇ ਕਿਹਾ ਜਾਂਦਾ ਵੀ ਉਹ ਜਦੋਂ ਪੌੜੀਆਂ ਉਤਰਿਆ ਥੱਲੇ ਉਸ ਬਿਲਡਿੰਗ 'ਚੋਂ ਜਿੱਥੇ ਉਹਨੂੰ ਬੁਲਾਇਆ ਗਿਆ ਸੀ, ਤਾਂ ਤੁਰਿਆ ਤੁਰਿਆ ਜਾਂਦਾ ਕਹੀ ਜਾਂਦਾ ਵੀ ਭਾਈ ਧਰਤੀ ਤਾਂ ਘੁੰਮੇਗੀ। ਮੇਰੇ ਕਹਿਣ ਨਾਲ ਕੀ ਹੋਣ ਲੱਗਾ ਹੈ? ਕੁਦਰਤ ਦਾ ਸੱਚ ਵੀ ਰੁਕੇਗਾ? ਕੁਦਰਤ ਦਾ ਸੱਚ ਨਹੀਂ ਰੁਕਣਾ। ਜੋ ਕੁਝ ਪਰਮਾਤਮਾ ਕਰ ਰਿਹਾ ਹੈ, ਸਾਨੂੰ ਰੋਜ਼ ਇਹੀ ਕਿਹਾ ਜਾਂਦਾ ਹੈ ਕਿ ਕਹੋ ਨਾਨਕ ਕਰਤੇ ਕੀਆਂ ਬਾਤਾਂ, ਜੋ ਕਿਛ ਕਰਨਾ
ਸੋ ਕਰ ਰਿਹਾ। ਉਹ ਤਾਂ ਕਰ ਰਿਹਾ। ਸਗੋਂ ਲੋੜ ਇਸ ਗੱਲ ਦੀ ਹੈ ਕਿ ਆਦੇਸ਼ ਤਿਸੈ ਆਦੇਸ਼, ਆਦ ਅਨੀਲ ਅਨਾਦ ਅਨਾਹਤ, ਜੁਗ ਜੁਗ ਇੱਕੋ ਵੇਸ। ਉਸ ਪ੍ਰਮਾਤਮਾ ਨੂੰ ਨਮਸਕਾਰ ਕਰਨੀ ਹੀ ਬਣਦੀ ਹੈ। ਉਹਨੂੰ ਮੱਥਾ ਟੇਕੋ, ਉਹਨੂੰ ਬਾਰ-ਬਾਰ ਮੱਥਾ ਟੇਕੋ ਭਾਈ। ਉਹਦੇ ਹੁਕਮ ਦੇ ਵਿੱਚ, ਉਹਦੀ ਰਜ਼ਾ ਦੇ ਵਿੱਚ, ਉਹਦੇ ਭਾਣੇ ਦੇ ਵਿੱਚ। ਜਦੋਂ ਆਪਾਂ ਅਰਦਾਸ ਕਰਦੇ ਹਾਂ, ਕਈ ਵਾਰੀ ਮਿਲਣੀ ਵੇਲੇ ਵੀ ਆਪਾਂ ਬਾਹਰ ਖਲੋਤੇ ਹੁੰਦੇ ਹਾਂ, ਆਪਾਂ ਉੱਥੇ ਵੀ ਕਹਿੰਦੇ ਹਾਂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਫਿਰ ਅਸੀਂ ਧਰਤੀ ਨੂੰ ਹੱਥ ਲਾ ਕੇ ਮੱਥੇ ਨੂੰ ਲਾਉਂਦੇ ਆ, ਕਈ ਤਾਂ ਮੱਥਾ ਹੀ ਟੇਕਦੇ ਨੇ। ਉਹਦੇ ਹੁਕਮ ਨੂੰ ਮੱਥਾ ਟੇਕਣਾ ਹੈ, ਜਿਹਦੇ ਹੁਕਮ ਦੇ ਵਿੱਚ ਇਹ ਸਾਰਾ ਕੁਝ ਵਰਤ ਰਿਹਾ ਹੈ। ਸੱਚੇ ਪਾਤਸ਼ਾਹ ਮਹਾਰਾਜ ਸਮਝਾਉਂਦੇ ਨੇ ਕਿ ਛਾੜ ਸਿਆਣਪ ਬਹੁ ਚਤਰਾਈ, ਗੁਰ ਪੂਰੇ ਕੀ ਟੇਕ ਟਿਕਾਈ। ਗੁਰੂ ਪੂਰੇ ਦਾ ਆਸਰਾ ਤੱਕ। ਪੂਰੇ ਗੁਰੂ ਨੂੰ ਪਤਾ ਹੈ ਦੁਨੀਆ ਵਿੱਚ ਕੀ ਹੋ ਰਿਹਾ ਹੈ, ਕੀ ਹੋਣਾ ਹੈ, ਕੀ ਹੋਇਆ। ਨਿਰਗੁਣ ਸਰੂਪ ਪਰਮੇਸ਼ਰ ਦਾ ਹੈ। ਉਹਦੀ ਕੋਈ ਤਸਵੀਰ ਨਹੀਂ, ਕੋਈ ਫੋਟੋ ਨਹੀਂ, ਕੋਈ ਰੂਪ ਨਹੀਂ, ਕੋਈ ਰੰਗ ਨਹੀਂ, ਕੋਈ ਰੇਖ ਨਹੀਂ, ਕੋਈ ਚਿੱਤਰ ਨਹੀਂ। ਸਰਗੁਣ ਰੂਪ ਦੇ ਵਿੱਚ ਗੁਰੂ ਇਸ ਧਰਤੀ ਤੇ ਆਉਂਦਾ ਹੈ। ਇਹ ਉਹਨਾਂ ਦਾ ਸਰਗੁਣ ਸਰੂਪ ਹੈ। ਇੱਥੇ ਫਿਰ ਆ ਕੇ ਉਹਨਾਂ ਨੇ ਸਾਡਾ ਮਾਰਗਦਰਸ਼ਨ ਵੀ ਕੀਤਾ ਹੈ, ਸਾਨੂੰ ਬਾਣੀ ਵੀ ਬਖਸ਼ੀ ਹੈ, ਸਾਨੂੰ ਬਾਣੀ ਨਾਲ ਜੋੜਿਆ ਹੈ, ਆਪ ਬਾਣੀ ਮੰਨੀ ਹੈ, ਸਾਨੂੰ ਹੁਕਮ ਕੀਤਾ ਹੈ। ਆ ਹੁਣੇ ਮੈਂ ਬੇਨਤੀ ਕੀਤੀ, ਸ਼ਹਾਦਤ ਦੇਣੀ ਹੈ ਗੁਰੂ ਤੇਗ ਬਹਾਦਰ ਸਾਹਿਬ ਨੇ, ਤੇ ਫਿਰ ਕਿਹਾ ਜਲਾਦ ਨੂੰ ਕਿ ਮੈਨੂੰ ਜਪਜੀ ਦਾ ਪਾਠ ਕਰ ਲੈਣ ਦੇ। ਜੇ ਤੁਹਾਡੇ ਗੁਰੂ ਨੇ ਜਪਜੀ ਦਾ ਪਾਠ ਕੀਤਾ, ਭਾਈ ਮਤੀ ਦਾਸ ਨੇ ਜਦੋਂ ਆਰਾ ਚੱਲਿਆ ਤੇ ਜਪਜੀ ਦਾ ਪਾਠ ਕੀਤਾ, ਤੇ ਸਾਨੂੰ ਦੱਸੋ ਸਾਨੂੰ ਕਿਹੜੀ ਬਾਣੀ ਪੜ੍ਹਨੀ ਚਾਹੀਦੀ ਹੈ? ਅਸੀਂ ਕਿਉਂ ਗਲਤ ਪਾਸੇ ਤੁਰ ਪਏ? ਅੱਜ ਬੜੇ ਮਾਣ ਨਾਲ ਅਸੀਂ ਕਹਿੰਦੇ ਹਾਂ ਕਿ ਦਰਬਾਰ ਸਾਹਿਬ ਉਨੀ ਸੰਗਤ ਨਹੀਂ ਹੁੰਦੀ ਜਿੰਨੀ ਸੰਗਤ ਬਾਬਾ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਗੁਰਦੁਆਰੇ ਹੁੰਦੀ ਹੈ। ਤੁਹਾਡੀ ਸ਼ਰਧਾ, ਤੁਹਾਡੀ ਭਾਵਨਾ, ਤੁਹਾਡਾ ਅਕੀਦਾ ਮੁਬਾਰਕ ਹੈ। ਪਰ ਕੀ ਤੁਸੀਂ ਚਾਹੁੰਦੇ ਵੀ ਗੁਰੂ ਰਾਮਦਾਸ ਦੇ ਘਰ 'ਚ ਕੋਈ ਰੌਣਕ ਨਾ ਹੋਵੇ? ਗੱਲ ਕਰਨ ਲੱਗਿਆਂ ਤੇ ਸੋਚਿਆ ਕਰੋ। ਮੁਗਲਾਂ ਦੀਆਂ ਅੱਖਾਂ ਵਿੱਚ ਜੇ ਰੜਕਿਆ ਤੇ ਗੁਰੂ ਰਾਮਦਾਸ ਦਾ ਦਰਬਾਰ, ਜੇ ਉਸ ਦਰਬਾਰ ਦੀ ਬੇਅਦਬੀ ਹੋਈ ਤੇ ਬਾਬਾ ਦੀਪ ਸਿੰਘ ਨੂੰ ਭਾਈ ਨਹੀਂ, 18 ਸ਼ੇਰ ਦਾ ਖੰਡਾ ਲੈ ਕੇ ਬਜ਼ੁਰਗ ਤੁਰ ਪਿਆ। ਉਹਨੇ ਸ਼ਹਾਦਤ ਇਸ ਕਰਕੇ ਨਹੀਂ ਸੀ ਦਿੱਤੀ ਵੀ ਮੇਰੇ ਗੁਰਦੁਆਰੇ ਆਇਓ ਤੇ ਮੇਰੇ ਗੁਰੂ ਰਾਮਦਾਸ ਦੇ ਗੁਰਦੁਆਰੇ ਨਾ ਜਾਇਓ। ਸੋਚੋ, ਸੋਚ ਕੇ ਗੱਲ ਕਰੋ ਭਾਈ। ਉਸ ਦਰਬਾਰ ਦੀਆਂ ਅਜ਼ਮਤਾਂ, ਉਸ ਦਰਬਾਰ ਦੀਆਂ ਕਰਾਮਾਤਾਂ, ਉਸ ਦਰਬਾਰ ਦੀਆਂ ਵਡਿਆਈਆਂ ਅੱਜ ਅਸੀਂ ਆਪਣੇ ਸ਼ਬਦਾਂ ਵਿੱਚ ਛੱਡ ਕੇ ਬਹਿ ਚੱਲੇ ਹਾਂ। ਉਹ ਘਟਨੀਆਂ ਨਹੀਂ। ਉਸ ਅਸਥਾਨ ਦੇ ਪ੍ਰਤੀ ਬੜੇ ਲੋਕਾਂ ਦਾ ਜ਼ੋਰ ਲੱਗਿਆ, ਪਰ ਉਹ ਗੁਰੂ ਰਾਮਦਾਸ ਦੇ ਘਰ ਦਾ ਜਿਹੜਾ ਪੈਸਕਾਰ ਹੈ ਉਹਦਾ ਕੋਈ ਬਦਲ ਹੈ ਦੁਨੀਆ ਵਿੱਚ? ਕੀ ਕਹੋਗੇ? ਹੁਣੇ ਪੰਕਤੀ ਨਹੀਂ ਪੜਿਆ ਕਰੋਗੇ ਕਿ ਡਿੱਠੈ ਸਭੇ ਥਾਵ ਨਹੀਂ ਤੁਧ ਜਿਹਾ? ਨਹੀਂ, ਇਹ ਪੜ੍ਹਨੀ ਪੈਣੀ ਹੈ। ਬੜੇ ਯਤਨ ਹੋਏ ਇਸ ਦਰਬਾਰ ਦੀ ਗਰਮਾ ਨੂੰ, ਅਜਮਤ ਨੂੰ ਘਟਾਉਣ ਵਾਸਤੇ। ਭਾਈ ਸਿੱਖੋ, ਸੁਚੇਤ ਹੋਵੋ, ਆਪਣੇ ਸ਼ਬਦਾਂ 'ਚ ਨਾ ਇਹੋ ਜਿਹੀ ਗਲਤੀ ਨਾ ਕਰਿਓ। ਬਾਬਾ ਦੀਪ ਸਿੰਘ ਦਾ ਅਸਥਾਨ ਆਪਣੀ ਮਹਿਮਾ ਹੈ ਉਹਦੀ। ਗੁਰੂ ਰਾਮਦਾਸ ਦੇ ਘਰ ਦੀਆਂ ਆਪਣੀਆਂ ਕਰਾਮਾਤਾਂ ਨੇ। ਥੋੜ੍ਹਾ ਜਿਹਾ ਬੋਲਣ ਲੱਗਿਆ, ਸ਼ਬਦਾਂ ਦੇ ਭਾਵ ਲੱਗਿਆ, ਆਪਣੇ ਧਰਮ ਕਰਮ ਕਰਨ ਲੱਗਿਆ, ਇੰਨੀ ਕੁ ਗੱਲ ਦਾ ਜ਼ਰੂਰ ਧਿਆਨ ਕਰ ਲਓ ਕਿ ਕੀ ਅਸੀਂ ਠੀਕ ਗੱਲ ਕਰ ਰਹੇ ਹਾਂ? ਠੀਕ ਇੱਦਾਂ ਕਰਨੀ ਚਾਹੀਦੀ ਹੈ ਸਾਨੂੰ। ਮੈਂ ਫਿਰ ਬੇਨਤੀ ਕਰਾਂ, ਅੱਜ ਐਡਾ ਵੱਡਾ ਇਸਲਾਮ ਮੁਲਕ ਹੈ,
कि उन्हां विच तस्वीरां नहीं हैगियां ने, पर पूजा नहीं है। बस आपां शब्द दी पूजा वाले पासे आइए। सानू हुक्म है पूजा अकाल की, परचा शब्द का, दीदार खालसे का। किरत करन दी गल, नाम जपण दी गल, वंड छकण दी गल अपने जीवन के प्रिंसीपल बना लो भी किरत करनी करनी है, नाम जपना ही जपना है, तो वंड के छकना ही छकना है। जो कुछ रब ने दिता है इनू दूजिया नाल असी शेयर करना है। तुहाडी हमेशा ही जय जयकार होएगी। अज भी है, किन्नी किन्नी की गिनती है साड़ी, पर दुनिया में तुहाडी चर्चा है, दुनिया में ना तुहाडा है, दुनिया में तुहाडी बड़ी वड्डी थां है। सच्चे पातशाह महाराज कहते ने पूरे गुरु की टेक लवो, हर का नाम दियो गुर मंत्र। तुहाडे गुरु ने थानू मंत्र दिता है। कल जुग बाबे तारिया, सत नाम पढ़ मंत्र सुनाया। अज वो मंत्र कित्थे है? तुसीं छू मंत्र लई फिरदे हो। तुहाडे कोल आ गया छू मंत्र, फूक मंत्र, पता नहीं किहड़े किहड़े मंत्र आ गए। तुहाडे बाबे ने तुहानू नाम मंत्र दिता सी। पंक्ति फिर सुन लेना कि हर का नाम दियो गुर मंत्र। गुरु दा शब्द जिहड़ा सी, तुसीं उहनूं मूल मंत्र कहो, गुर मंत्र कहो। सच्चे पातशाह ने सानू बख्शिश कीता, मिटे वसूरे उतरी चिंत। जिहदे कोल ये नाम आ गया उहदियां चिंतावां मिट गईयां, झोरे मिट गए, फिक्र खत्म हो गए। आनंद भए गुर मिलत किरपाल। आनंद हो गया गुरु नूं मिल के। आ हुणे फिर पढ़ांगे आपां, आनंद भया मेरी माए, आनंद भया मेरी माए। अगे की कवांगे? सतगुरु मैं पाया। जदों गुरु मिलेगा आनंद होएगा, उच्ची आत्मक अवस्था प्राप्त होएगी। कर किरपा काटे जम जाल। गुरु ने किरपा की, जमा दियां फाइयां कट दित्तियां। जिहड़ी आत्मक मौत दे भै ने, डर ने खत्म कर दिते। देखो ये गल विद्वाना ने बड़ी सोहनी कही है, तो इनू पल्ले बन लो। जिदन शरीर मर गया संसार ने कढ़ देना है। जिदन आत्मा मर गई तुहानू करतार ने भी कढ़ देना है। शरीर मरे तो दुनिया नहीं रखती, संसार नहीं रखता। जिदा शरीर मर जाए उन्होंने संसार नहीं रखता, तो जिदी आत्मा मर जाए उन्होंने करतार भी नहीं रखता। रब ने भी नहीं जे रखना। अपनी आत्मा नू जिउंदा रखियो जे, पर अंतर आत्मा नू जां आत्मक सतह ते जीउण वास्ते अज साडी कोई कोशिश नहीं है, कोई पढ़ाई नहीं है, कोई स्कूलिंग नहीं है, कोई समझदारी नहीं। अज तुसीं वेख ही रहे हैं सारा कुछ आपां की कर रहे हैं, जाणदियां होइआं भी। मैं तो पिछले दिन ही भी बेनती की, पुछो भी भाई सैर करदा है? कहंदा जी नौकर रखे है। पाठ करदा है? कहंदा जी ग्रंथी सिंह रखे है। दसो है बंदे दा भला हो सकता है? अपनी सेहत का भी ध्यान रखो, अपनी आत्मा का भी ध्यान रखो। जे आत्मा मर गई तो करतार कढ़ देगा, शरीर मरिया तो संसार कढ़ देगा। कर किरपा काटे जम जाल, कहो नानक गुर पूरा पाया। गुरु पंजवें पातशाह महाराज वड्डे सतगुरां दा नाम दर्ज करके कहते ने कि मैनू पूरे गुरु की प्राप्ति होई, ताते बहुर ना व्यापे माया। फिर इस माया ने कदे मेरे ते असर नहीं किया। बड़ी माया लोगों के कोल। कल एक सज्जन आए, मत्था टेकिया। मेरे मित्र ने, वाकब ने, मिले, कहने लगे कोई सेवा। मैं कहा जी जो मर्जी करो, महाराज का दरबार है। कहते खुली वड्डी सेवा दिया जे कोई दुनिया च घाटा नहीं किसी को। अज लोगों के कोल इस माया का घाटा नहीं, सगों सच ये है
ਕਬੀਰ ਮਾਇਆ ਡੋਲਣੀ ਪਵਨ ਝਕੋਲਣ ਹਾਰ, ਸੰਤੋ ਮਾਖਣ ਖਾਇਆ ਛਾਛ ਪੀਏ ਸੰਸਾਰ। ਇਸੇ ਮਾਇਆ ਦੇ ਨਾਲ ਲੋਕ ਘਰਾਂ ਵਿੱਚ ਬਾਰ ਬਣਾਉਂਦੇ ਨੇ, ਸ਼ਰਾਬਾਂ ਘਰਾਂ ਵਿੱਚ ਡੀਜੇ ਲਾਉਂਦੇ ਨੇ, ਥੀਏਟਰ ਬਣਾਉਂਦੇ ਨੇ, ਤੇ ਜੋ ਕਰਦੇ ਨੇ ਉਹਦੀ ਸ਼ਾਇਦ ਇੱਥੇ ਵਿਆਖਿਆ ਦੀ ਲੋੜ ਨਹੀਂ। ਇਸੇ ਮਾਇਆ ਦੇ ਨਾਲ ਲੋਕ ਗੁਰਦੁਆਰੇ ਜਾਂਦੇ ਨੇ, ਪ੍ਰਸ਼ਾਦ ਕਰਾਉਂਦੇ ਨੇ, ਮੱਥਾ ਟੇਕਦੇ ਨੇ, ਸ਼ਬਦ ਭੇਟ ਸਤਿਕਾਰ ਕਰਦੇ ਨੇ ਤੇ ਸੇਵਾ ਕਰਦੇ ਨੇ, ਆਪਣਾ ਪਰਲੋਕ ਵੀ ਸਵਾਰ ਲੈਂਦੇ ਨੇ। ਇਸੇ ਮਾਇਆ ਨਾਲ ਕਈ ਆਪਣਾ ਜੀਵਨ ਬਰਬਾਦ ਕਰ ਰਹੇ ਨੇ, ਇਸੇ ਮਾਇਆ ਦੇ ਨਾਲ ਕਈ ਆਪਣਾ ਜੀਵਨ ਸਿੱਧਾ ਕਰ ਰਹੇ ਨੇ, ਸਵਾਰ ਰਹੇ ਨੇ। ਭਾਈ ਜਦੋਂ ਗੁਰੂ ਦੀ ਕਿਰਪਾ ਹੋਏਗੀ ਫਿਰ ਇਹ ਮਾਇਆ ਤੁਹਾਡੇ ਤੇ ਅਸਰ ਅੰਦਾਜ਼ ਨਹੀਂ ਹੋਏਗੀ। ਮਾਇਆ ਹੋਏਗੀ ਪਰ ਮਾਇਆ ਦੇ ਜਿਹੜੇ ਭੈੜੇ ਜਿਹੜੇ ਪ੍ਰਭਾਵ ਨੇ ਉਹ ਤੁਹਾਡੇ ਜੀਵਨ ਵਿੱਚ ਨਹੀਂ ਹੋਣਗੇ, ਸਗੋਂ ਇਹ ਤੁਹਾਡੀ ਮਦਦ ਕਰੇਗੀ। ਤੁਸੀਂ ਇਹਦੇ ਨਾਲ ਧਰਮ ਕਰਮ ਕਰੋਗੇ, ਤੁਹਾਡਾ ਲੋਕ ਵੀ ਸੁਖੀ ਹੋਏਗਾ, ਤੁਹਾਡਾ ਪਰਲੋਕ ਵੀ ਸੁਹੇਲਾ ਹੋਏਗਾ। ਇੰਨੇ ਸ਼ਬਦ ਪ੍ਰਵਾਨ ਕਰਨਾ ਜੀ। ਭੁੱਲਾਂ ਬਖਸ਼ੋ, ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।